ਲੈਟਸ ਕੋਡ YouTube ਚੈਨਲ ਦੇ ਵਿੱਚ ਸਭ ਦਾ ਜੀ ਆਇਆਂ ਨੂੰ। ਇਸ ਚੈਨਲ 'ਤੇ ਆਪਾਂ ਪਾਈਥਨ ਕੰਪਿਊਟਰ ਲੈਂਗੁਏਜ ਸਿੱਖਾਂਗੇ। ਹੁਣ ਇੰਨੀਆਂ ਕੰਪਿਊਟਰ ਲੈਂਗੁਏਜ ਆ, ਉਹਨਾਂ ਵਿੱਚੋਂ ਪਾਈਥਨ ਹੀ ਆਪਾਂ ਪਹਿਲਾਂ ਕਦੇ ਸਿੱਖਣੀ ਆ। ਉਹਦੇ ਕਾਰਨ ਆ ਦੋ। ਇੱਕ ਪਹਿਲਾ ਕਾਰਨ ਹੋ ਗਿਆ ਕਿ ਪਾਈਥਨ ਜਿਹੜੀ ਆ ਸੌਖੀ ਆ, ਈਜ਼ੀ ਆ, ਅਤੇ ਇਹਦਾ ਸਿੰਟੈਕਸ ਬੜਾ ਸਿੰਪਲ ਆ, ਠੀਕ ਆ। ਅਤੇ ਦੂਜਾ ਕਾਰਨ ਹੋ ਗਿਆ ਕਿ ਪਾਈਥਨ ਬੜੀ ਪੋਪੂਲਰ ਆ। ਜੇ ਆਪਾਂ ਦੇਖੀਏ ਅੱਜ ਦੀ ਡੇਟ ਵਿੱਚ ਅਲੱਗ-ਅਲੱਗ ਡੋਮੇਨ ਆ, ਬੜੇ ਡੋਮੇਨ ਆ ਜਿਹਨਾਂ 'ਚ ਪਾਈਥਨ ਯੂਜ਼ ਹੁੰਦੀ ਆ। ਜਿਕਣਾ ਆਰਟੀਫਿਸ਼ਲ ਇੰਟੈਲੀਜੈਂਸ ਹੋ ਗਈ, ਮਸ਼ੀਨ ਲਰਨਿੰਗ ਹੋ ਗਈ, ਡੇਟਾ ਐਨਾਲਿਟਿਕਸ ਹੋ ਗਈ, ਵੈਬ ਡਿਵੈਲਪਮੈਂਟ ਅਤੇ ਹੋਰ ਬੜੇ ਡੋਮੇਨ ਆ ਜਿਹਨਾਂ 'ਚ ਪਾਈਥਨ ਦੀ ਵਰਤੋਂ ਹੁੰਦੀ ਆ। ਅਤੇ ਪਾਈਥਨ ਦੀ ਜਿਹੜੀ ਪੋਪੂਲਰਿਟੀ ਆ ਉਹ ਗਾਹਾਂ ਤੋਂ ਗਾਹਾਂ ਵੱਧ ਰਹੀ ਆ। ਜੇ ਆਪਾਂ ਗੂਗਲ ਕਰੀਏ ਕਿ ਪੋਪੂਲਰ ਲੈਂਗੁਏਜਾਂ ਕਿਹੜੀਆਂ ਤਾਂ ਉਹਨਾਂ ਵਿੱਚੋਂ ਪਾਈਥਨ ਜਿਹੜੀ ਆ ਦੂਜੇ ਜਾਂ ਤੀਜੇ ਨੰਬਰ 'ਤੇ ਆਉਂਦੀ ਆ, ਠੀਕ ਆ ਜੀ। ਹੁਣ ਇੰਨੀ ਸੌਖੀ ਲੈਂਗੁਏਜ ਵੀ ਆ, ਪੋਪੂਲਰ ਵੀ ਆ, ਪੋਪੂਲਰਿਟੀ ਵੱਧ ਵੀ ਰਹੀ ਗਾਹਾਂ ਤੋਂ ਗਾਹਾਂ, ਅਤੇ ਮੇਰੇ ਹਿਸਾਬ ਨਾਲ ਇਹ ਲੈਂਗੁਏਜ ਸਿੱਖ ਲੈਣੀ ਚਾਹੀਦੀ ਆ, ਠੀਕ ਆ ਜੀ। ਅਤੇ ਇਸ ਨਾਲ ਆਪਾਂ ਇਹ ਜਰਨੀ ਕਰਦੇ ਹਾਂ ਸ਼ੁਰੂ। ਤਾਂ ਅੱਜ ਦੀ ਵੀਡੀਓ ਵਿੱਚ ਆਪਾਂ ਪਾਈਥਨ ਦੇ ਜਿਹੜੇ ਬੇਸਿਕ ਕਨਸੈਪਟ ਆ ਉਹਨਾਂ 'ਤੇ ਡਿਸਕਸ਼ਨ ਕਰਾਂਗੇ। ਅੱਜ ਦੀ ਵੀਡੀਓ ਵਿੱਚ ਥਿਊਰੀ ਆ ਜ਼ਿਆਦਾ, ਅਤੇ ਅਗਲੀ ਵੀਡੀਓ 'ਤੇ ਆਪਾਂ ਥੋੜ੍ਹੀ ਜਿਹੀ ਜਿਹੜੀ ਪ੍ਰੋਗਰਾਮਿੰਗ ਇੰਟਰੋਡਿਊਸ ਕਰਾਂਗੇ। ਤਾਂ ਸ਼ੁਰੂ ਕਰਦੇ ਹਾਂ। ਵਾਟ ਇਜ਼ ਪਾਈਥਨ। ਤਾਂ ਜਿਹੜੀ ਵਾਟ ਇਜ਼ ਪਾਈਥਨ ਦੀ ਜਿਹੜੀ ਬੁਕਿਸ਼ ਡੈਫੀਨੇਸ਼ਨ ਆ, ਜਿਹੜੀ ਕਿਤਾਬਾਂ 'ਚ ਆਪਾਂ ਦੇਖਦੇ ਹਾਂ, ਉਹ ਹੈਗੀ ਪਾਈਥਨ is an interpreted high level general purpose programming language। Python is an interpreted high-level general-purpose programming language। ਆਹ ਇਹਦੀ ਬੁੱਕ ਇਸ ਡੈਫੀਨੇਸ਼ਨ ਆ। ਹੁਣ ਆਹ ਡੈਫੀਨੇਸ਼ਨ ਦੇ ਵਿੱਚ ਆਪਾਂ ਜਿਕਣਾ ਇੰਟਰਪ੍ਰੇਟਰ ਦਾ ਕੀ ਮਤਲਬ ਆ, ਫਿਰ ਹਾਈ ਲੈਵਲ ਦਾ ਕੀ ਮਤਲਬ ਹੋਗਾ, ਅਤੇ ਜਨਰਲ ਪਰਪਸ ਦਾ ਕੀ ਮਤਲਬ ਆ, ਇਹ ਦੇਖਾਂਗੇ, ਠੀਕ ਆ। ਤਾਂ ਪਹਿਲਾਂ ਆਪਾਂ ਦੇਖਦੇ ਹਾਂ ਇੰਟਰਪ੍ਰੇਟਰ। ਪਾਈਥਨ ਨੂੰ ਇੰਟਰਪ੍ਰੇਟਰ ਲੈਂਗੁਏਜ ਕਾਹਤੇ ਕਹਿੰਦੇ ਆ? ਇੰਟਰਪ੍ਰੇਟਰ। ਹੁਣ ਜਦ ਆਪਾਂ ਕੋਈ ਵੀ ਪ੍ਰੋਗਰਾਮ ਆ ਜਾਂ ਕੋਈ ਵੀ ਇੱਕ ਐਪਲੀਕੇਸ਼ਨ ਆਪਾਂ ਤਿਆਰ ਕਰਦੇ ਹਾਂ ਕਿਸੇ ਵੀ ਕੰਪਿਊਟਰ ਲੈਂਗੁਏਜ ਦੇ ਵਿੱਚ, ਤਾਂ ਉਹਨੂੰ ਆਪਾਂ ਕਹਿੰਦੇ ਹਾਂ ਸੋਰਸ ਕੋਡ। ਹੁਣ ਉਹ ਜਿਹੜਾ ਪ੍ਰੋਗਰਾਮ ਹੈ, ਐਪਲੀਕੇਸ਼ਨ ਆ, ਉਹ ਆਪਾਂ ਨੂੰ ਸਮਝਣੀ ਬੜੀ ਸੌਖੀ ਆ, ਕਿਉਂਕਿ ਉਹ ਇੰਗਲਿਸ਼ ਵਰਗੀ ਹੁੰਦੀ ਦੇਖਣ ਨੂੰ। ਅਤੇ ਪਰ ਜੇ ਉਹੀ ਐਪਲੀਕੇਸ਼ਨ ਜਾਂ ਪ੍ਰੋਗਰਾਮ ਜਿਹੜਾ ਆਪਾਂ ਨੇ ਕਿਸੇ ਵੀ ਕੰਪਿਊਟਰ ਲੈਂਗੁਏਜ ਦੇ ਵਿੱਚ ਲਿਖਿਆ, ਆਪਾਂ ਮਸ਼ੀਨ ਨੂੰ, ਕੰਪਿਊਟਰ ਨੂੰ ਦਈਏ ਕਿ ਭਾਈ ਇਹਨੂੰ ਐਗਜ਼ੀਕਿਊਟ ਕਰ, ਇਹਨੂੰ ਰਨ ਕਰ, ਤਾਂ ਕੰਪਿਊਟਰ ਦੇ ਲਈ ਉਹ ਰਨ ਕਰਨਾ ਮੁਸ਼ਕਿਲ ਆ, ਕਿਉਂਕਿ ਕੰਪਿਊਟਰ ਆ ਉਹ ਸੋਰਸ ਕੋਡ ਨੂੰ ਸਮਝ ਨਹੀਂ ਸਕਦਾ ਹੈਗਾ, ਉਹਨੂੰ ਸਮਝ ਨਹੀਂ ਆਉਂਦਾ ਵੀ ਕੀ ਆ ਇਹ, ਠੀਕ ਆ। ਤਾਂ ਇਹ ਜਿਹੜਾ ਸੋਰਸ ਕੋਡ ਆ, ਇਹ ਆਪਾਂ ਨੂੰ ਕਨਵਰਟ ਕਰਨਾ ਪੈਂਦਾ ਇਹ ਮਸ਼ੀਨ ਲੈਂਗੁਏਜ ਦੇ ਵਿੱਚ। ਅਤੇ ਹੁਣ ਜਿਹੜੀ ਮਸ਼ੀਨ ਲੈਂਗੁਏਜ ਆ ਉਹਨੂੰ ਕੰਪਿਊਟਰ ਸਮਝਦਾ ਹੈ, ਰੀਡ ਕਰਕੇ ਉਹਨੂੰ ਐਗਜ਼ੀਕਿਊਟ ਕਰਦਾ ਹੈ, ਠੀਕ ਆ। ਤਾਂ ਸੋਰਸ ਕੋਡ ਨੂੰ ਕਨਵਰਟ ਕਰਨਾ ਹੁੰਦਾ ਮਸ਼ੀਨ ਲੈਂਗੁਏਜ ਦੇ ਵਿੱਚ। ਹੁਣ ਦੋ ਪ੍ਰੋਗਰਾਮ ਆ ਜਿਹੜਾ ਇਹ ਕੰਮ ਕਰਦੇ ਆ, ਇੱਕ ਹੈਗਾ ਇੰਟਰਪ੍ਰੇਟਰ, ਇੱਕ ਹੈਗਾ ਕੰਪਾਈਲਰ ਆ। ਤਾਂ ਜਿਹੜੀ ਵੀ ਲੈਂਗੁਏਜ ਦੇ ਵਿੱਚ ਆਪਾਂ ਇੰਟਰਪ੍ਰੇਟਰ ਯੂਜ਼ ਕਰਦੇ ਹਾਂ ਉਹਨੂੰ ਆਪਾਂ ਕਹਿੰਦੇ ਹਾਂ ਇੰਟਰਪ੍ਰੇਟਡ ਲੈਂਗੁਏਜ। ਹੁਣ ਪਾਈਥਨ ਦੇ ਵਿੱਚ ਆਪਾਂ ਇੰਟਰਪ੍ਰੇਟਰ ਯੂਜ਼ ਕਰਦੇ ਹਾਂ, ਤਾਂ ਪਾਈਥਨ ਹੋ ਗਈ ਇੰਟਰਪ੍ਰੇਟਰ ਕੰਪਿਊਟਰ ਲੈਂਗੁਏਜ, ਠੀਕ ਆ। ਹੁਣ ਆਪਾਂ ਦੇਖ ਲਈਏ ਹਾਈ ਲੈਵਲ ਲੈਂਗੁਏਜ ਕਾਹਤੇ ਕਹਿੰਦੇ ਆ। ਹੁਣ ਜਿੰਨੀਆਂ ਵੀ ਕੰਪਿਊਟਰ ਲੈਂਗੁਏਜ ਆ ਉਹਨਾਂ ਨੂੰ ਆਪਾਂ ਬਰੋਡਲੀ ਦੋ ਹਿੱਸਿਆਂ ਵਿੱਚ ਆਪਾਂ ਵੰਡ ਸਕਦੇ ਹਾਂ। ਇੱਕ ਹੋ ਗਈ ਹਾਈ ਲੈਵਲ ਲੈਂਗੁਏਜ, ਇੱਕ ਹੋ ਗਈ ਲੋ ਲੈਵਲ ਲੈਂਗੁਏਜ। ਹੁਣ ਹਾਈ ਲੈਵਲ ਲੈਂਗੁਏਜ ਕੀ ਆ? ਹਾਈ ਲੈਵਲ ਲੈਂਗੁਏਜ ਦੇ ਵਿੱਚ ਜਿਹੜੀ ਮੈਮਰੀ ਮੈਨੇਜਮੈਂਟ ਆ, ਜਦ ਆਪਾਂ ਕੋਈ ਵੀ ਪ੍ਰੋਗਰਾਮ ਲਿਖਦੇ ਹਾਂ ਉਹਦੇ ਵਿੱਚ ਜੋ ਕੁਝ ਵੀ ਮੈਮਰੀ ਦੇ ਨਾਲ ਰਿਲੇਟਡ ਕੰਮ ਆ ਉਹ ਸਾਰੇ ਕੰਪਿਊਟਰ ਲੈਂਗੁਏਜ ਆਪ ਕਰਦੀ ਆ। ਉਹ ਹਾਈ ਲੈਵਲ ਲੈਂਗੁਏਜ ਖੁਦ ਕਰਦੀ, ਆਪਾਂ ਨੂੰ ਕਰਨ ਦੀ ਲੋੜ ਨਹੀਂ ਪੈਂਦੀ। ਮੈਮਰੀ ਮੈਨੇਜਮੈਂਟ ਜਿੰਨੀ ਵੀ ਸਿਕਿਉਰਿਟੀ ਆ ਉਹ ਸਾਰੇ ਹਾਈ ਲੈਵਲ ਲੈਂਗੁਏਜ ਆਪਣੇ ਲਈ ਕਰਦੀ ਆ। ਅਤੇ ਜਿਹੜਾ ਅੰਡਰਲਾਈੰਗ ਆਰਕੀਟੈਕਚਰ ਆ CPU ਦਾ, ਬਈ CPU ਕਿੱਦਾਂ ਤਿਆਰ ਹੋਇਆ ਵਾ, ਹੈ ਨਾ। CPU ਦੇ ਵਿੱਚ ਕਿਹੜੇ ਪਿੰਨ ਆ, ਉਹਨਾਂ ਦੇ ਫੰਕਸ਼ਨੈਲਿਟੀ ਕੀ ਆ, ਇਨਪੁੱਟ ਪਿੰਨ ਕਿਹੜਾ, ਆਊਟਪੁੱਟ ਪਿੰਨ ਕਿਹੜਾ, ਕਿੰਨੀਆਂ ਮੈਮਰੀਆਂ ਹੁੰਦੀਆਂ, ਮੈਮਰੀ ਦੇ ਕਿਹੜੇ ਨਵਾਂ ਫੰਕਸ਼ਨੈਲਿਟੀ ਕੀ ਆ, ਲੋਕੇਸ਼ਨ ਕੀ ਆ, ਇਹ ਸਾਰਾ ਕੁਛ ਆਪਾਂ ਨੂੰ ਸਿੱਖਣ ਦੀ ਲੋੜ ਨਹੀਂ ਪੈਂਦੀ ਹੈਗੀ ਹਾਈ ਲੈਵਲ ਲੈਂਗੁਏਜ ਦੇ ਵਿੱਚ। ਇਹ ਸਾਰਾ ਕੁਛ ਆਪਣੇ ਲਈ ਉਹ ਲੈਂਗੁਏਜ ਖੁਦ ਕਰਦੀ ਆ, ਠੀਕ ਆ। ਤਾਂ ਉਹ ਹੋ ਗਈ ਹਾਈ ਲੈਵਲ ਲੈਂਗੁਏਜ।
जिकना जिन्नियां भी मॉडर्न लैंग्वेजां जावा हो गई, C++ हो गई, पाइथन हो गई, रूबी हो गई, ठीक है। ये सारिया जिहड़ियां लैंग्वेज ये हाई लैवल लैंग्वेजां हो गई। हुण उहदी आपां लो लैवल लैंग्वेज भी देख लईए भी लो लैवल लैंग्वेज की हुंदी आ। लो लैवल लैंग्वेज दे विच आपां नूं खुद मैमरी मैनेजमेंट ते उहदी सिक्योरिटी आपां नूं खुद करनी पैंदी आ ते उहदे विच लो लैवल लैंग्वेज विच आपां नूं कोडिंग करन वास्ते पहलां तां आपां नूं आ सिੱਖਣਾ ਪੈਂਦਾ कि मैमरीਆਂ ਕਿਹੜੀਆਂ ਮੈਮਰੀਆਂ ਕਿੱਥੇ ਲੋਕੇਟਡ ਆ, ਉਹਨਾਂ ਦੀ ਕੀ ਫੰਕਸ਼ਨੈਲਿਟੀਆਂ। ਦੂਜਾ ਜਿਹੜੀ CPU ਆ ਉਹਦੇ ਕਿੰਨੇ ਪਿੰਨ ਆ, ਉਹਨਾਂ ਦੀ ਫੰਕਸ਼ਨੈਲਿਟੀਆਂ ਕਿਹੜੀਆਂ। ਉਹਦੇ ਬਾਅਦ ਉਹ ਇਨਪੁਟ ਆ ਕੇ ਆਊਟਪੁੱਟ ਆ ਕੇ ਮਤਲਬ ਇਹ ਸਾਰਾ ਸਿੱਖ ਕੇ ਫਿਰ ਆਪਾਂ ਨੂੰ ਲੈਂਗੁਏਜ ਸਿੱਖਣੀ ਪੈਂਦੀ ਆ। ਫਿਰ ਆਪਾਂ ਲੋ ਲੈਵਲ ਲੈਂਗੁਏਜ ਦੇ ਵਿੱਚ ਕੋਡਿੰਗ ਕਰਦੇ ਆ, ਠੀਕ ਆ। ਹੁਣ ਲੋ ਲੈਵਲ ਲੈਂਗੁਏਜ ਦੇ ਵਿੱਚ ਹੋ ਗਿਆ ਐਗਜ਼ਾਮਪਲ ਆ, ਲੋ ਲੈਵਲ ਲੈਂਗੁਏਜ ਦੇ ਵਿੱਚ ਆ ਗਈ ਆਪਣੀ ਅਸੈਂਬਲੀ ਲੈਂਗੁਏਜ ਆ, ਅਸੈਂਬਲੀ ਲੈਂਗੁਏਜ, ਠੀਕ ਆ। ਤਾਂ ਹੁਣ ਆਪਾਂ ਦੇਖੀਏ ਆਹ ਤਾਂ ਆਪਾਂ ਨੇ ਦੇਖ ਲਿਆ ਵੀ ਇੰਟਰਪ੍ਰੀਟਡ लैंग्वेज हाई लेवल लैंग्वेज भी देख लिया, ठीक है। हुण आपां देखिए जनरल परपज़ लैंग्वेज काहते कहंदे आ पाइथन नूं, जनरल परपज़ लैंग्वेज। हुण जनरल दा ऑपोजिट जिहड़ा मतलब आ वो हो गया स्पैसिफिक, ठीक है। जे तां कोई भी लैंग्वेज तैयार इसे करके हुई है कि आपां किसी एक डोमेन दे विच एप्लीकेशन या प्रोग्रामिंग करिए। फॉर एग्जाम्पल कि कोई एक लैंग्वेज आ ਉਹਦੇ ਵਿੱਚ ਆਪਾਂ ਕੱਲੀ ਵੈਬ ਡਿਵੈਲਪਮੈਂਟ ਕਰਦੇ ਹਾਂ, ਜਿੰਨੀਆਂ ਵੀ ਵੈਬ ਡਿਵੈਲਪਮੈਂਟ ਐਪਲੀਕੇਸ਼ਨ ਉਹ ਤਿਆਰ ਕਰਦੇ ਹਾਂ ਤਾਂ ਉਹ ਲੈਂਗੁਏਜ ਹੋ ਜਾਂਦੀ ਹੈ ਸਪੈਸੀਫਿਕ ਪ੍ਰੋਗਰਾਮਿੰਗ ਲੈਂਗੁਏਜ। ਪਾਈਥਨ ਜਿਹੜੀ ਹੈ ਉਹਦੀ ਉਹ ਇੱਕਦਮ ਉਲਟਾ। ਪਾਈਥਨ ਦੇ ਵਿੱਚ ਕਿਉਂਕਿ ਇਹ ਬਹੁਤ ਸਾਰੇ ਡੋਮੇਨਾਂ ਦੇ ਵਿੱਚ ਯੂਜ਼ ਹੁੰਦੀ ਆ ਤਾਂ ਹੀ ਆਪਾਂ ਇਹਨੂੰ ਕਹਿੰਦੇ ਆ ਜਨਰਲ ਪਰਪਜ਼ ਪ੍ਰੋਗਰਾਮਿੰਗ ਲੈਂਗੁਏਜ। ਹੁਣ ਕਿਹੜੇ ਡੋਮੇਨ ਦੇ ਵਿੱਚ ਆਪਾਂ ਪਾਈਥਨ ਯੂਜ਼ ਕਰ ਸਕਦੇ ਹਾਂ, ਉਹ ਹੋ ਗਈਆਂ ਡੈਸਕਟਾਪ ਹੋ ਗਈ, ਠੀਕ ਆ, ਐਪਲੀਕੇਸ਼ਨ, उसके बाद डेटाबेस, एप्लीकेशन, नैटवर्किंग दे विच, गेमिंग दे विच, डेटा एनालिटिक्स, रोबोटिक्स, मशीन लर्निंग एक्सेट्रा। ਇਹ ਜਿਹੜੀਆਂ ਮੇਨ ਪੋਪੂਲਰ ਡੋਮੇਨ ਆ, ਹੋਰ ਵੀ ਬਹੁਤ ਡੋਮੇਨ ਆ ਜਿਹਦੇ ਵਿੱਚ ਪਾਈਥਨ ਯੂਜ਼ ਹੁੰਦੀ ਆ, ਠੀਕ ਆ। ਆਪਾਂ ਦੁਬਾਰਾ ਫਿਰ ਤੋਂ ਦੇਖ ਲਈਏ ਪਾਈਥਨ ਜਿਹੜੀ ਆ ਇੱਕ ਇੰਟਰਪ੍ਰੀਟਡ ਹਾਈ ਲੈਵਲ ਜਨਰਲ ਪਰਪਜ਼ ਪ੍ਰੋਗਰਾਮਿੰਗ ਲੈਂਗੁਏਜ ਆ। ਇੰਟਰਪ੍ਰੀਟਡ ਕਾਹਤੇ ਆ ਕਿਉਂਕਿ ਪਾਈਥਨ ਦੇ ਵਿੱਚ ਇੰਟਰਪ੍ਰੀਟਰ ਯੂਜ਼ ਕਰਦੇ ਆਪਾਂ ਤਾਂ ਆਪਾਂ ਇਹਨੂੰ ਇੰਟਰਪ੍ਰੀਟਡ ਲੈਂਗੁਏਜ ਕਹਿੰਦੇ ਆ। ਹੁਣ ਇੰਟਰਪ੍ਰੀਟਰ ਕੀ ਕਰਦਾ, ਇੰਟਰਪ੍ਰੀਟਰ ਜਿਹੜਾ ਹੈ ਉਹਦਾ ਕੰਮ ਆਹ ਕਿ ਜਿਹੜੀ ਆਪਾਂ ਨੇ ਕੋਈ ਵੀ ਇੱਕ ਪ੍ਰੋਗਰਾਮ ਜਾਂ ਐਪਲੀਕੇਸ਼ਨ ਲਿਖੀ ਆ ਕਿਸੇ ਵੀ ਕੰਪਿਊਟਰ ਲੈਂਗੁਏਜ ਦੇ ਵਿੱਚ, ਜਿਵੇਂ ਪਾਈਥਨ ਹੋ ਗਿਆ, ਪਾਈਥਨ ਦੇ ਵਿੱਚ ਆਪਾਂ ਨੇ ਇੱਕ ਐਪਲੀਕੇਸ਼ਨ ਤਿਆਰ ਕੀਤੀ ਆ ਤਾਂ ਉਹ ਜਿਹੜੀ ਐਪਲੀਕੇਸ਼ਨ ਤਿਆਰ ਹੋਈ ਆ ਉਹਨੂੰ ਆਪਾਂ ਕਹਿੰਦੇ ਆ ਸੋਰਸ ਕੋਡ। ਉਹ ਆਪਾਂ ਨੂੰ ਸਮਝ ਵਿੱਚ ਆਉਂਦੀ ਹੈ ਕਿਉਂਕਿ ਇੰਗਲਿਸ਼ ਵਰਗੀ ਆ, ਪਰ ਮਸ਼ੀਨ ਆ ਜਿਹੜੀ ਕੰਪਿਊਟਰ ਉਹਨੂੰ ਕੋਈ ਸਮਝ ਨਹੀਂ ਹੈ ਉਹਦੀ, ਤਾਂ ਉਹ ਜਿਹੜੀ ਇੰਟਰਪ੍ਰੀਟਰ ਆ ਉਹ ਸੋਰਸ ਕੋਡ ਨੂੰ ਕਨਵਰਟ ਕਰਦਾ ਮਸ਼ੀਨ ਲੈਂਗੁਏਜ ਦੇ ਵਿੱਚ, ਫਿਰ ਕੰਪਿਊਟਰ ਮਸ਼ੀਨ ਲੈਂਗੁਏਜ ਨੂੰ ਸਮਝ ਕੇ ਉਹਨੂੰ ਰੀਡ ਕਰਕੇ ਐਗਜ਼ੀਕਿਊਟ ਕਰਦਾ, ਠੀਕ ਆ। ਕਿਉਂਕਿ ਆਪਾਂ ਪਾਈਥਨ ਦੇ ਵਿੱਚ ਇੰਟਰਪ੍ਰੀਟਰ ਯੂਜ਼ ਕਰਦੇ ਹਾਂ ਤਾਂ ਹੀ ਪਾਈਥਨ ਜਿਹੜੀ ਹੈ ਇੰਟਰਪ੍ਰੀਟਰ ਪ੍ਰੋਗਰਾਮਿੰਗ ਲੈਂਗੁਏਜ ਆਪਾਂ ਕਹਿੰਦੇ ਆ। ਹਾਈ ਲੈਵਲ ਲੈਂਗੁਏਜ ਕਾਹਤੇ ਕਹਿੰਦੇ ਆ ਕਿਉਂਕਿ ਪਾਈਥਨ ਦੇ ਵਿੱਚ ਆਪਾਂ ਨੂੰ ਮੈਮਰੀ ਮੈਨੇਜਮੈਂਟ ਤੇ ਸਿਕਿਉਰਿਟੀ ਕਰਨ ਦੀ ਲੋੜ ਹੈ ਨਹੀਂ, ਪਾਈਥਨ ਖੁਦ ਆਪਣੇ ਲਈ ਕਰਦਾ ਤਾਂ ਹੀ ਇਹ ਹਾਈ ਲੈਵਲ ਲੈਂਗੁਏਜ ਕਹਿੰਦੇ ਆਪਾਂ ਇਹਨੂੰ। ਜਨਰਲ ਪਰਪਜ਼ ਲੈਂਗੁਏਜ ਕਾਹਤੇ ਕਹਿੰਦੇ ਆ ਕਿਉਂਕਿ ਪਾਈਥਨ ਆਪਾਂ ਬਹੁਤ ਸਾਰੀਆਂ ਡੋਮੇਨਾਂ ਦੇ ਵਿੱਚ ਯੂਜ਼ ਕਰਦੇ ਆ ਤਾਂ ਹੀ ਨੂੰ ਆਪਾਂ ਕਹਿੰਦੇ ਆ ਜਨਰਲ ਪਰਪਜ਼ ਪ੍ਰੋਗਰਾਮਿੰਗ ਲੈਂਗੁਏਜ, ਠੀਕ ਆ ਜੀ। ਹੁਣ ਆਪਾਂ ਦੇਖੀਏ ਕਿ ਪਾਈਥਨ ਕ੍ਰੀਏਟ ਕਿਹਨੇ ਕੀਤੀ ਆ। The Gero van Rossum created Python in 1989। ਤਾਂ ਗੀਰੋ ਵਨ ਰੋਸਮ ਨੇ ਪਾਈਥਨ ਕ੍ਰੀਏਟ ਕੀਤੀ 1989 ਦੇ ਵਿੱਚ। ਉਹ ਤੋਂ ਪਹਿਲਾਂ ਗੀਰੋ ਵੈਨ ਰੋਸਮ ਜਿਹੜਾ ਕਿ ਨੈਦਰਲੈਂਡ ਦਾ ਰਹਿਣ ਵਾਲਾ, ਇਹ C ਲੈਂਗੁਏਜ ਹੈ ਤੇ ABC ਲੈਂਗੁਏਜ ਤੇ ਆਲਰੇਡੀ ਕੰਮ ਕਰ ਰਿਹਾ ਤਾ ਤੇ ਉਹ ਚਾਹੁੰਦਾ ਸੀ ਕਿ ਇੱਕ ਇਹੋ ਜਿਹੀ ਲੈਂਗੁਏਜ ਕ੍ਰੀਏਟ ਹੋਵੇ ਜਿਹੜੀ ਕਿ C ਤੇ ABC ਨਾਲੋਂ ਮੋਰ ਐਫੀਸ਼ੀਐਂਟ, ਮੋਰ ਸਟਰੋਂਗ ਹੋਵੇ ਤੇ ਸਿੱਖਣ ਨੂੰ ਸੌਖੀ ਹੋਵੇ, ਉਹਦਾ ਕੋਡ ਜਿਹੜਾ ਉਹਦੀ ਜਿਹੜੀ ਸਿੰਟੈਕਸ ਸਿੰਪਲ ਹੋਵੇ। ਤਾਂ 1989 ਦੇ ਵਿੱਚ ਉਹਨਾਂ ਨੇ ਪਾਈਥਨ ਲੈਂਗੁਏਜ ਕ੍ਰੀਏਟ ਕਰਤੀ। ਹੁਣ ਪਾਈਥਨ ਲੈਂਗੁਏਜ ਨੂੰ ਨਾਂ ਪਾਈਥਨ ਕਾਹਤੇ ਦਿੱਤਾ ਕਿਉਂਕਿ 1960s ਦੇ ਵਿੱਚ ਆਈ ਥਿੰਕ 40 ਕਿ 60s ਦੇ ਵਿੱਚ BBC ਚੈਨਲ 'ਤੇ ਇੱਕ ਬੜਾ ਮਸ਼ਹੂਰ ਕਾਮੇਡੀ
ਸ਼ੋਅ ਆਉਂਦਾ ਹੁੰਦਾ ਸੀ ਜਿਹਦਾ ਨਾਂ ਸੀ ਮੋਂਟੀ ਪਾਈਥਨ, ਅਤੇ ਉਹਦਾ ਇਹ ਬੜਾ ਫੈਨ ਤਾ ਗੀਰੋ ਵੈਨ ਰੋਸਮ। ਤਾਂ ਜਦ ਇਹਨੇ ਆਹ ਲੈਂਗੁਏਜ ਕ੍ਰੀਏਟ ਕੀਤੀ ਤਾਂ ਉਹਦੇ ਦਿਮਾਗ ਦੇ ਵਿੱਚ ਉਹ ਸ਼ੋਅ ਆ ਗਿਆ ਮੋਂਟੀ ਪਾਈਥਨ, ਤਾਂ ਉੱਥੋਂ ਉਹਨੇ ਪਾਈਥਨ ਜਿਹੜਾ ਨਾਮ ਆ ਚੱਕ ਕੇ ਇਸ ਲੈਂਗੁਏਜ ਨੂੰ ਦਿੱਤਾ, ਤਾਂ ਹੀ ਇਹਦਾ ਨਾਂ ਪੈ ਗਿਆ ਪਾਈਥਨ ਲੈਂਗੁਏਜ। ਠੀਕ ਆ। ਹੁਣ 20th of Feb 1991 ਦੇ ਵਿੱਚ ਪਾਈਥਨ was officially published। ਤਾਂ 20 ਫਰਵਰੀ 1991 ਦੇ ਵਿੱਚ ਪਾਈਥਨ ਜਿਹੜੀ ਹੈ officially published ਹੋਈ। ਤਾਂ ਇਸ ਡੇਟ ਤੋਂ ਆਪਾਂ ਪਾਈਥਨ ਜਿਹੜੀ ਆ ਪਬਲਿਕ ਯੂਜ਼ ਵਾਸਤੇ ਅਵੇਲੇਬਲ ਆ। ਠੀਕ ਆ। ਉਹਦੇ ਬਾਅਦ ਜਨਵਰੀ 1994 ਦੇ ਵਿੱਚ ਪਾਈਥਨ ਦਾ ਪਹਿਲਾ ਵਰਜ਼ਨ ਰਿਲੀਜ਼ ਹੋਇਆ। ਜਿੰਨੀਆਂ ਕੰਪਿਊਟਰ ਲੈਂਗੁਏਜ ਆ ਉਹਨਾਂ ਦਾ ਹਮੇਸ਼ਾ ਜਿਕਣਾ ਪਹਿਲਾ ਵਰਜ਼ਨ 1 ਆ ਗਿਆ, ਫਿਰ ਸਾਲ 2 ਸਾਲ ਬਾਅਦ 3 ਸਾਲ ਬਾਅਦ ਵਰਜ਼ਨ 2 ਆ ਗਿਆ, ਫਿਰ ਵਰਜ਼ਨ 3 ਆ ਗਿਆ। ਇਹ ਅਲੱਗ-ਅਲੱਗ ਵਰਜ਼ਨ ਆਉਂਦੇ ਰਹਿੰਦੇ ਆ। ਤਾਂ ਪਾਈਥਨ ਦਾ ਜਿਹੜਾ ਪਹਿਲਾ ਵਰਜ਼ਨ ਆ ਉਹ ਰਿਲੀਜ਼ ਹੋਇਆ ਜਨਵਰੀ 1994 ਦੇ ਵਿੱਚ। ਜਿਹੜੀ ਆਹ ਡੇਟਾਂ ਹੈ ਇਹ ਆਪਾਂ ਯਾਦ ਕਰ ਸਕਦੇ ਹਾਂ, ਕਈ ਵਾਰ ਇਹ ਇੰਟਰਵਿਊ ਵਗੈਰਾ 'ਚ ਇੰਟਰਵਿਊ ਕੁਐਸਚਨ ਵਿੱਚ ਪੁੱਛਦੇ ਆ। ਠੀਕ ਆ। ਤਾਂ ਵਰਜ਼ਨ 1 ਰਿਲੀਜ਼ ਹੋਈ 1994 ਜੈਨ ਦੇ ਵਿੱਚ। ਅਤੇ ਇਹ ਜਿਹੜਾ ਵਰਜ਼ਨ ਰਿਲੀਜ਼ ਹੋਇਆ ਇਹਦੇ ਵਿੱਚ ਕੁਛ ਇੰਪੋਰਟੈਂਟ ਕੰਸੈਪਟ ਉਹਨਾਂ ਨੇ ਪਾਏ ਆਹ ਵਰਜ਼ਨ 'ਚ, ਉਹ ਤੁਹਾਨੂੰ ਦੱਸਦਾ। ਉਹ ਹੈਗੇ ਆ ਲੈਮਡਾ, ਮੈਪ, ਫਿਲਟਰ ਐਂਡ ਰਿਡਿਊਸ। ਹੁਣ ਆਹ ਜਿਹੜੀ ਲੈਮਡਾ, ਮੈਪ, ਫਿਲਟਰ ਐਂਡ ਰਿਡਿਊਸ ਹੈ ਇਹ ਬੜੇ ਇੰਪੋਰਟੈਂਟ ਕੰਸੈਪਟ ਹੈ। ਇਹ ਆਪਾਂ ਬਾਅਦ ਦੇ ਵਿੱਚ ਡਿਟੇਲ ਦੇ ਵਿੱਚ ਇਹਨਾਂ 'ਤੇ ਆਪਾਂ ਡਿਸਕਸ਼ਨ ਕਰਾਂਗੇ। ਠੀਕ ਆ। ਹੁਣ ਇੰਨਾ ਹੀ ਚੇਤੇ ਰੱਖਣਾ ਆਪਾਂ ਨੇ ਕਿ ਵਰਜ਼ਨ 1 ਜਦੋਂ ਰਿਲੀਜ਼ ਹੋਇਆ ਉਹਦੇ ਵਿੱਚ ਆਹ ਜਿਹੜੇ ਕੰਸੈਪਟ ਆ ਇਹ ਐਡ ਹੋਏ। ਉਹਦੇ ਬਾਅਦ ਅਕਤੂਬਰ 2000 ਦੇ ਵਿੱਚ ਵਰਜ਼ਨ 2 was released। ਵਰਜ਼ਨ 2 ਦੇ ਵਿੱਚ ਲਿਸਟ ਕੰਪਰੀਹੈਂਸ਼ਨ ਤੇ ਗਾਰਬੇਜ ਕਲੈਕਸ਼ਨ ਵਾਲੇ ਕੰਸੈਪਟ ਐਡ ਹੋਏ। ਉਹਦੇ ਬਾਅਦ ਦਸੰਬਰ 2008 ਦੇ ਵਿੱਚ ਵਰਜ਼ਨ 3 ਰਿਲੀਜ਼ ਹੋਇਆ। ਤੇ ਵਰਜ਼ਨ 3 ਦੇ ਵਿੱਚ ਵਰਜ਼ਨ 2 ਦੇ ਵਿੱਚ ਜਿਹੜੇ ਕਮੀਆਂ ਸੀਗੀਆਂ, ਜਿਹੜੇ ਫਾਲਟ ਤੇ ਜਿਹੜੇ ਗਲਤੀਆਂ ਸੀ ਉਹ ਇੰਪਰੂਵ ਕਰਕੇ ਵਰਜ਼ਨ 3 ਰਿਲੀਜ਼ ਹੋਇਆ। ਠੀਕ ਆ। ਹੁਣ ਇੱਕ ਬੜਾ ਇੰਪੋਰਟੈਂਟ ਕੰਸੈਪਟ ਹੈ ਇਹਦੇ ਵਿੱਚ ਕਿ ਜਿੰਨੀਆਂ ਵੀ ਕੰਪਿਊਟਰ ਲੈਂਗੁਏਜਾਂ ਉਹਨਾਂ ਦੇ ਵਿੱਚ ਜਦ ਵੀ ਕੋਈ ਨਵਾਂ ਵਰਜ਼ਨ ਰਿਲੀਜ਼ ਹੁੰਦਾ ਤਾਂ ਉਹਦਾ ਪੁਰਾਣੇ ਵਰਜ਼ਨ ਦੇ ਨਾਲ ਹਮੇਸ਼ਾ ਬੈਕਵਰਡ ਕੰਪੈਟੀਬਿਲਿਟੀ ਹੁੰਦੀ ਹੈ। ਕਹਿਣ ਦਾ ਮਤਲਬ ਕਿ ਜੇ ਮੈਂ ਫੋਰ ਐਗਜ਼ਾਮਪਲ ਵਰਜ਼ਨ 3 ਦੇ ਵਿੱਚ ਮੈਂ ਕੋਡਿੰਗ ਕਰ ਰਿਹਾ ਹੈ ਨਾ, ਤੇ ਉਸੇ ਸਿਸਟਮ ਦੇ ਵਿੱਚ ਜੇ ਮੈਂ ਹੁਣ ਪੁਰਾਣਾ ਵਰਜ਼ਨ ਦੇ ਨਾਲ ਕੋਡਿੰਗ ਕਰਾਂ ਵਰਜ਼ਨ 1 ਜਾਂ ਵਰਜ਼ਨ 2 ਤਾਂ ਉਹ ਕੋਡਿੰਗ ਜ਼ਰੂਰ ਹੁੰਦੀ ਆ, ਕਿਉਂਕਿ ਉਹ ਵਰਜ਼ਨਾਂ ਦੇ ਵਿੱਚ ਬੈਕਵਰਡ ਕੰਪੈਟੀਬਿਲਿਟੀ ਹੈ, ਉਹਨਾਂ ਦੇ ਕਨੈਕਸ਼ਨ ਆ ਜਿਹੜੇ ਪੁਰਾਣੇ ਵਰਜ਼ਨ ਉਹਨਾਂ ਦੇ ਨਾਲ। ਪਾਈਥਨ ਇੱਕ ਇਹੋ ਜਿਹੀ ਲੈਂਗੁਏਜ ਆ ਜਿਹਦੇ ਵਿੱਚ ਵਰਜ਼ਨ 3 ਦਾ ਵਰਜ਼ਨ 2 ਦੇ ਨਾਲ ਕੋਈ ਬੈਕਵਰਡ ਕੰਪੈਟੀਬਿਲਿਟੀ ਹੈ ਹੀ ਨਹੀਂ। ਮਤਲਬ ਵੀ ਜੇ ਮੈਂ ਵਰਜ਼ਨ 3 ਦੇ ਵਿੱਚ ਕੋਡਿੰਗ ਕਰਾਂ ਇੱਕ ਸਿਸਟਮ ਤੇ ਉੱਥੇ ਮੈਂ ਵਰਜ਼ਨ 2 ਦੇ ਨਾਲ ਕਰਾਂ ਤਾਂ ਵਰਜ਼ਨ 2 ਦੇ ਵਿੱਚ ਕਿਤੇ ਨਾ ਕਿਤੇ ਮੈਨੂੰ 에ਰਰ ਜ਼ਰੂਰ ਦਿਖਾਏਗਾ ਸਿਸਟਮ। ਠੀਕ ਆ। ਤੇ ਇਹ ਜਿਹੜਾ ਹੈ ਇਹ ਪਾਈਥਨ ਦੇ ਵਿੱਚ ਜਾਣਬੁੱਝ ਕੇ ਕੀਤਾ ਗਿਆ ਤਾਂ ਕਿ ਵਰਜ਼ਨ 2 ਨੂੰ ਸਿਸਟਮ ਦੇ ਵਿੱਚੋਂ ਕੱਢ ਦਿੱਤਾ ਜਾਵੇ, ਕਿਉਂਕਿ ਵਰਜ਼ਨ 2 ਦੇ ਵਿੱਚ ਬਹੁਤ ਫਲॉ ਸੀਗੇ, ਬਹੁਤ ਗਲਤੀਆਂ ਸੀਗੀਆਂ। ਤਾਂ ਵਰਜ਼ਨ 2 ਨੂੰ ਕੱਢਣ ਤੋਂ ਸਿਸਟਮ ਦੇ ਵਿੱਚੋਂ ਕੱਢਣ ਵਾਸਤੇ ਉਹਨਾਂ ਨੇ ਵਰਜ਼ਨ 3 ਦੇ ਵਿੱਚ ਵਰਜ਼ਨ 2 ਦੇ ਨਾਲ ਕੋਈ ਵੀ ਬੈਕਵਰਡ ਕੰਪੈਟੀਬਿਲਿਟੀ ਨਹੀਂ ਰੱਖੀ। ਠੀਕ ਆ। ਤੇ ਇਸੇ ਕਰਕੇ ਜੈਨ 2020 ਤੋਂ ਪਾਈਥਨ ਵਰਜ਼ਨ 2 ਦੀ is not supported। ਵਰਜ਼ਨ 2 ਜਿਹੜਾ ਹੈ ਜਨਵਰੀ 2020 ਤੋਂ ਪਾਈਥਨ ਸਪੋਰਟ ਨਹੀਂ ਕਰਦਾ ਹੈਗਾ। ਮਤਲਬ ਆਪਾਂ ਨੇ ਵਰਜ਼ਨ 3 ਸਿੱਖਣਾ ਹੈ ਤੇ ਸਭ ਕੁਝ ਵਰਜ਼ਨ 3 ਦੇ ਵਿੱਚ ਕਰਨਾ, ਕੋਡਿੰਗ ਵੀ ਵਰਜ਼ਨ 3 ਦੇ ਵਿੱਚ ਆ। ਪਾਈਥਨ 2 ਆ ਜਿਹੜਾ ਉਹ ਇਹਨਾਂ ਨੇ ਸਿਸਟਮ ਚੋਂ ਕੱਢਤਾ। ਠੀਕ ਆ। ਹੁਣ ਗੀਰੋ ਵੈਨ ਰੋਸਮ ਨੇ ਜਦ ਪਾਈਥਨ ਕ੍ਰੀਏਟ ਕੀਤੀ ਤਾਂ ਉਹਨੇ ਅਲੱਗ-ਅਲੱਗ ਪੋਪੂਲਰ ਲੈਂਗੁਏਜਾਂ ਵਿੱਚੋਂ ਨਾ ਕੋਈ ਫੀਚਰ ਕੱਢ ਕੇ ਪਾਈਥਨ ਦੇ ਵਿੱਚ ਪਾਏ। ਫੋਰ ਐਗਜ਼ਾਮਪਲ ਫੰਕਸ਼ਨਲ ਪ੍ਰੋਗਰਾਮਿੰਗ ਦਾ ਜਿਹੜਾ ਹਿੱਸਾ ਹੈ ਉਹ ਉਹਨੇ ਪਾਇਆ ਸੀ ਲੈਂਗੁਏਜ ਤੋਂ।
फंक्शनल प्रोग्रामिंग आई सी लैंग्वेज विचों। ਤਾਂ ਜੇ ਆਪਾਂ ਉਰੇ ਦੇਖੀਏ ਜਿਹੜੀ ਫੰਕਸ਼ਨਲ ਪ੍ਰੋਗਰਾਮਿੰਗ ਪਾਰਟ ਆ ਪਾਈਥਨ ਦੇ ਵਿੱਚ ਜਿਹੜਾ ਆਪਾਂ ਯੂਜ਼ ਕਰਦੇ ਉਹ ਆਈ ਆ ਸੀ ਲੈਂਗੁਏਜ ਦੇ ਵਿੱਚ। ਹੁਣ ਸੀ ਲੈਂਗੁਏਜ ਜਿਹੜੀ ਆ ਫੰਕਸ਼ਨਲ ਪ੍ਰੋਗਰਾਮਿੰਗ ਲੈਂਗੁਏਜ ਆ, ਠੀਕ ਆ। ਤੇ ਆਬਜੈਕਟ ਓਰੀਐਂਟਡ ਪਾਰਟ ਆਇਆ C++ ਲੈਂਗੁਏਜ ਤੋਂ। ਸਕ੍ਰਿਪਟਿੰਗ ਪਾਰਟ ਜਿਹੜਾ ਪਾਈਥਨ ਦੇ ਵਿੱਚ ਉਹ ਲਿੱਤਾ ਆ ਗਿਆ ਪਰਲ ਤੇ ਸ਼ੈਲ ਲੈਂਗੁਏਜ ਆ। ਜਿਹੜੀ ਪਰਲ ਤੇ ਸ਼ੈਲ ਲੈਂਗੁਏਜ ਆ ਸਕ੍ਰਿਪਟਿੰਗ ਲੈਂਗੁਏਜ ਆ, ਠੀਕ ਆ। ਮੋਡੂਲਰ ਪਾਰਟ ਆਇਆ ਮੋਡੂਲਾ 3 ਤੋਂ। ਸਿੰਟੈਕਸ ਜਿਹੜਾ ਪਾਈਥਨ ਦਾ ਮਤਲਬ ਵੀ ਜਿੱਕਣਾ ਆਪਾਂ ਕਿੱਦਾਂ ਪਾਈਥਨ ਲਿਖਣੀ ਆ ਉਹ ਜਿਹੜਾ ਸਿੰਟੈਕਸ ਆਪਾਂ ਯੂਜ਼ ਕਰਦੇ ਆ ਉਹ ਆਇਆ ਸੀ ਲੈਂਗੁਏਜ ਤੋਂ ਤੇ ABC ਲੈਂਗੁਏਜ ਤੋਂ, ਠੀਕ ਹੈ। ਹੁਣ ਕਿਹੜੀਆਂ ਕੰਪਨੀਆਂ ਪਾਈਥਨ ਯੂਜ਼ ਕਰਦੀਆਂ ਉਹ ਵੀ ਦੇਖ ਲਈ ਆਪਾਂ। ਤਾਂ ਜਿਹੜੀਆਂ ਕੰਪਨੀਆਂ ਪਾਈਥਨ ਯੂਜ਼ ਕਰਦੀਆਂ ਉਹ ਹੈਗੀਆਂ ਗੂਗਲ, YouTube, ਡ੍ਰੌਪਬਾਕਸ, ਨਾਸਾ, ਫੇਸਬੁੱਕ, ਇੰਸਟਾਗ੍ਰਾਮ, ਨੈਟਫਲਿਕਸ, ਰੈਡਿਟ, ਸਪੋਟੀਫਾਈ। ਤੇ ਇਹ ਤਾਂ ਹੋ ਗਈਆਂ ਮੇਨ ਜਿਹੜੀ ਪੋਪੂਲਰ ਕੰਪਨੀਆਂ। ਹੋਰ ਵੀ ਬੜੀਆਂ ਕੰਪਨੀਆਂ ਜਿਹੜੀਆਂ ਪਾਈਥਨ ਯੂਜ਼ ਕਰਦੀਆਂ, ਠੀਕ ਆ। ਇਹ ਤੋਂ ਬਾਅਦ ਆਪਾਂ ਡਿਸਕਸ ਕਰਦੇ ਹਾਂ ਫੀਚਰਸ ਆਫ ਪਾਈਥਨ। ਪਹਿਲਾ ਫੀਚਰ ਹੋ ਗਿਆ ਪਾਈਥਨ ਦਾ and easy to learn। तो Python is simple and easy to learn। तो Python ਦਾ ਜਿਹੜਾ ਸਿੰਟੈਕਸ ਆ ਹੋਰ ਲੈਂਗੁਏਜਾਂ ਦੇ ਮੁਕਾਬਲੇ ਬੜਾ ਸੌਖਾ ਹੈ, ਸਿੰਪਲ ਆ, ਬਹੁਤ ਜ਼ਿਆਦਾ ਇੰਗਲਿਸ਼ ਵਰਗਾ ਹੈ। ਤੇ ਇਹਦਾ ਜਿਹੜਾ ਕੋਡ ਆ ਬੜਾ ਕੰਸਾਈਜ਼ ਆ। ਮਤਲਬ ਕਿ ਜੇ ਆਪਾਂ ਕਿਸੇ ਹੋਰ ਪ੍ਰੋਗਰਾਮਿੰਗ ਲੈਂਗੁਏਜ ਵਿੱਚ ਫੋਰ ਐਗਜ਼ਾਮਪਲ ਜਾਵਾ ਪੜ੍ਹੀ ਤੇ ਜਾਵਾ ਦੇ ਵਿੱਚ ਜਿਹੜਾ ਕੋਡ ਆਪਾਂ ਨੇ 5 ਲਾਈਨਾਂ ਦੇ ਵਿੱਚ ਲਿਖਣਾ ਉਹ ਪਾਈਥਨ ਦੇ ਵਿੱਚ ਆਪਾਂ 1 ਜਾਂ 2 ਲਾਈਨ ਦੇ ਵਿੱਚ ਕੰਪਲੀਟ ਕਰ ਸਕਦੇ ਹਾਂ, ਠੀਕ ਆ। ਤਾਂ ਪਾਈਥਨ ਸਿੰਪਲ ਆ ਤੇ ਸਿੰਪਲ ਐਂਡ ਈਜ਼ੀ ਟੂ ਲਰਨ। ਆਪਾਂ ਇੱਕ ਐਗਜ਼ਾਮਪਲ ਦੇਖ ਲੈਂਦੇ ਹਾਂ। ਫੋਰ ਐਗਜ਼ਾਮਪਲ ਜੇ ਆਪਾਂ ਦੇਖੀਏ ਜਿਵੇਂ ਆਪਾਂ ਕੋਈ ਵੀ ਕੰਪਿਊਟਰ ਲੈਂਗੁਏਜ ਸਿੱਖਦੇ ਹਾਂ ਤਾਂ ਸ਼ੁਰੂ 'ਚ ਪਹਿਲਾਂ ਜਿਹੜਾ ਪ੍ਰੋਗਰਾਮ ਆਪਾਂ ਲਿਖਦੇ ਹਾਂ ਉਹ ਹੈਗਾ ਹੈਲੋ ਵਰਲਡ, ਹੈ ਨਾ। ਤਾਂ ਹੈਲੋ ਵਰਲਡ ਪ੍ਰੋਗਰਾਮ ਜਿਹੜਾ ਹੈ C++ ਦੇ ਵਿੱਚ ਆਪਾਂ ਦੇਖਦੇ ਹਾਂ ਵੀ ਕਿੰਨੀਆਂ ਲਾਈਨਾਂ ਵਿੱਚ ਆਪਾਂ ਉਹਨੂੰ ਕੰਪਲੀਟ ਕਰ ਸਕਦੇ ਹਾਂ। ਤਾਂ hello world in C++। ਇਹ ਇੱਕ ਟ੍ਰੈਂਡ ਆ ਜਿਕਣਾ ਜਦ ਕੋਈ ਵੀ ਆਪਾਂ ਲੈਂਗੁਏਜ ਸਿੱਖਦੇ ਹਾਂ ਤਾਂ ਪਹਿਲਾ ਜਿਹੜਾ ਕੋਡ ਆ ਉਹ ਲਿਖਦੇ ਹੁੰਦੇ ਆ ਹਮੇਸ਼ਾ ਹੈਲੋ ਵਰਲਡ ਵਾਲਾ। ਤਾਂ ਆਪਾਂ ਦੇਖ ਲਈਏ ਤਾਂ ਆਹ ਤਾਂ ਹੋ ਗਿਆ C++ ਦੇ ਵਿੱਚ ਹੈਲੋ ਵਰਲਡ ਕਿੱਦਾਂ ਪ੍ਰੋਗਰਾਮ ਕਰਨਾ, ਹੈ ਨਾ। ਇਹ ਆਪਾਂ ਜੇ ਦੇਖੀਏ ਤਾਂ 1 ਲਾਈਨ 2 3 4 ਲਾਈਨਾਂ ਦੇ ਵਿੱਚ ਕੰਪਲੀਟ ਹੋਇਆ ਹੈਲੋ ਵਰਲਡ। ਹੁਣ ਆਹੀ ਕੋਡ ਜੇ ਆਪਾਂ ਨੇ ਪਾਈਥਨ ਦੇ ਵਿੱਚ ਲਿਖਣਾ ਹੈ ਤਾਂ ਆ ਗਿਆ ਪਾਈਥਨ ਦਾ ਸ਼ੈਲ, ਇਹਨੂੰ ਸ਼ੈਲ ਕਹਿੰਦੇ ਆ। ਇਹ ਆਪਾਂ ਡਿਸਕਸ ਕਰਾਂਗੇ ਬਾਅਦ 'ਚ ਵੀ ਕਿੱਦਾਂ ਇੰਸਟਾਲ ਕਰਨਾ ਆਪਾਂ, ਠੀਕ ਆ। ਤੇ ਉਰੇ ਹੁਣ ਆਪਾਂ ਦੇਖੀਏ ਵੀ ਹੈਲੋ ਵਰਲਡ ਕਿੱਦਾਂ ਲਿਖਣਾ। ਪ੍ਰਿੰਟ ਐਂਟਰ ਤਾਂ ਆ ਗਿਆ ਆਪਣਾ ਆਨਸਰ ਹੈਲੋ ਵਰਲਡ ਉਰੇ। ਤਾਂ 1 ਲਾਈਨ ਦੇ ਵਿੱਚ ਆਪਾਂ ਨੇ ਹੈਲੋ ਵਰਲਡ ਪ੍ਰੋਗਰਾਮ ਲਿਖਿਆ ਜਿਹੜਾ ਕਿ C++ ਦੇ ਵਿੱਚ 4 ਜਾਂ 5 ਲਾਈਨਾਂ ਦੇ ਵਿੱਚ ਆਪਾਂ ਕੰਪਲੀਟ ਕਰਦੇ ਹਾਂ, ਠੀਕ ਆ। ਤਾਂ ਹੁਣ ਦੇਖੀਏ ਇਹਦਾ ਦੂਜਾ ਫੀਚਰ। ਤਾਂ ਪਹਿਲਾ ਫੀਚਰ ਹੋ ਗਿਆ ਵੀ ਇਹ ਸਿੰਪਲ ਆ, ਇਹਦਾ ਸਿੰਟੈਕਸ ਬੜਾ ਸੌਖਾ ਹੈ ਤੇ ਇਹ ਬਹੁਤ ਥੋੜ੍ਹੀਆਂ ਲਾਈਨਾਂ ਦੇ ਵਿੱਚ ਆਪਾਂ ਕੰਪਲੀਟ ਕਰ ਸਕਦੇ ਹਾਂ ਕੰਪੇਅਰ ਟੂ ਹੋਰ ਲੈਂਗੁਏਜ ਦੇ ਮੁਕਾਬਲੇ, ਠੀਕ ਆ। ਦੂਜਾ ਫੀਚਰ ਹੋ ਗਿਆ ਫ੍ਰੀ ਐਂਡ ਓਪਨ ਸੋਰਸ ਆ। ਪਾਈਥਨ ਜਿਹੜੀ ਲੈਂਗੁਏਜ ਆ ਇਹ ਬਿਲਕੁਲ ਫ੍ਰੀ ਆ। ਇਹ ਆਪਾਂ python.org ਤੋਂ ਜਾ ਕੇ ਡਾਊਨਲੋਡ ਕਰਕੇ ਆਪਾਂ ਪ੍ਰੋਗਰਾਮਿੰਗ ਕਰ ਸਕਦੇ ਹਾਂ। ਆਪਾਂ ਨੇ ਕਿਸੇ ਨੂੰ $1 ਨਹੀਂ ਦੇਣਾ ਹੈਗਾ,
ਦੂਜੇ ਪਾਸੇ ਜਿਹੜੀਆਂ ਲੈਂਗੁਏਜ ਜਿਵੇਂ ਜਾਵਾ ਹੋ ਗਈਆਂ, .NET ਹੋ ਗਈਆਂ, ਇਹ ਯੂਜ਼ ਕਰਨ ਵਾਸਤੇ ਪਹਿਲਾਂ ਆਪਾਂ ਨੂੰ ਕੰਪਨੀ ਦਾ ਲਾਇਸੈਂਸ ਲੈਣਾ ਪੈਂਦਾ, ਉਹਨਾਂ ਨੂੰ ਪੈਸੇ ਦੇਣੇ ਪੈਂਦੇ ਤਾਂ ਆਪਾਂ ਯੂਜ਼ ਕਰਦੇ ਹਾਂ, ਠੀਕ ਆ। ਇਸ ਕਰਕੇ ਪਾਈਥਨ ਫ੍ਰੀ ਆ। ਦੂਜਾ ਓਪਨ ਸੋਰਸ ਦਾ ਮਤਲਬ ਕਿ ਪਾਈਥਨ ਦੀ ਜਿਹੜਾ ਸੋਰਸ ਕੋਡ ਆ, ਪਾਈਥਨ ਦੇ ਸੋਰਸ ਕੋਡ ਦੇ ਵਿੱਚ ਆਪਾਂ ਕਿਤੇ ਨਾ ਕਿਤੇ ਕੋਈ ਨਾ ਕੋਈ ਚੇਂਜਸ ਲਿਆ ਕੇ ਉਹਨੂੰ ਕਸਟਮਾਈਜ਼ ਕਰਕੇ ਪਾਈਥਨ ਦਾ ਇੱਕ ਨਵਾਂ ਫਲੇਵਰ ਤਿਆਰ ਕਰ ਸਕਦੇ ਹਾਂ, ਠੀਕ ਆ। ਹੁਣ ਇੰਨੀਆਂ ਕੰਪਨੀਆਂ ਉਹ ਕਿਤੇ ਨਾ ਕਿਤੇ ਅਲੱਗ-ਅਲੱਗ ਪਾਈਥਨ ਦਾ ਫਲੇਵਰ ਯੂਜ਼ ਕਰਦੀਆਂ, ਕਾਹਤੇ? ਕਿਉਂਕਿ ਉਹਨਾਂ ਨੂੰ ਜਿੱਦਾਂ ਪਾਈਥਨ ਦੀ ਲੋੜ ਆ, ਜਿਵੇਂ ਲੋੜ ਆ ਉਵੇਂ ਉਹ ਕਸਟਮਾਈਜ਼ੇਸ਼ਨ ਸੋਰਸ ਕੋਡ ਦੇ ਵਿੱਚ ਕਰਕੇ ਉਹ ਡਿਫਰੈਂਟ ਫਲੇਵਰ ਯੂਜ਼ ਕਰਦੀਆਂ, ਠੀਕ ਆ। ਤਾਂ ਆਹ ਜਿਹੜਾ ਫੀਚਰ ਪਾਈਥਨ ਦਾ ਕਿ ਪਾਈਥਨ ਓਪਨ ਸੋਰਸ ਆ, ਇਹਦੇ ਵਿੱਚ ਇਹਦੇ ਸੋਰਸ ਕੋਡ ਨੂੰ ਦੇਖ ਕੇ ਆਪਾਂ ਕਸਟਮਾਈਜ਼ੇਸ਼ਨ ਕਰਕੇ ਕਮਿਊਨਿਟੀ ਦੇ ਵਿੱਚ ਸ਼ੇਅਰ ਕਰਦੇ ਹਾਂ, ਇਸ ਨੂੰ ਕਹਿੰਦੇ ਆ ਫਲੌਸ ਆ। ਤੇ ਕਦੇ ਕਦੇ ਇੰਟਰਵਿਊ ਕੁਐਸਚਨ ਪੁੱਛਦੇ ਵੀ ਆਏ। ਹੁਣ ਆਪਾਂ ਅਲੱਗ-ਅਲੱਗ ਫਲੇਵਰ ਵੀ ਦੇਖ ਲਈਏ ਪਾਈਥਨ ਦੇ। ਸੀ ਪਾਈਥਨ ਸੀ ਲੈਂਗੁਏਜ ਦੇ ਵਿੱਚ, ਜੇ ਪਾਈਥਨ, ਜਾਵਾ ਪਾਈਥਨ, ਪਾਈ ਜਿਹੜਾ ਫਲੇਵਰ ਆ ਪਾਈਥਨ ਦਾ, ਇਹਦੇ ਵਿੱਚ ਜਦ ਆਪਾਂ ਸਪੀਡ ਇਨਕਰੀਜ਼ ਕਰਨੀ ਹੁੰਦੀ ਹੈ ਪਾਈਥਨ ਲੈਂਗੁਏਜ ਦੀ ਤਾਂ ਪਾਈ ਫਲੇਵਰ ਆਪਾਂ ਯੂਜ਼ ਕਰਦੇ ਹਾਂ। ਰੂਬੀ ਪਾਈਥਨ, ਰੂਬੀ ਲੈਂਗੁਏਜ, ਐਨਾਕੋਂਡਾ ਪਾਈਥਨ, ਸਟੈਕਲੈਸ ਹੈ, ਇਹ ਥ੍ਰੈਡਿੰਗ ਵਿੱਚ ਯੂਜ਼ ਕਰਦੇ ਆ ਸਟੈਕਲੈਸ ਫਲੇਵਰ। ਤਾਂ ਆਹ ਜਿਹੜੇ ਆ ਮੇਨ ਫਲੇਵਰ ਹੋ ਗਏ ਪਾਈਥਨ ਦੇ, ਠੀਕ ਹੈ, ਜਿਹੜੇ ਪੋਪੂਲਰ ਆ। ਹੋਰ ਵੀ ਬੜੇ ਫਲੇਵਰ ਆ, ਪਰ ਆਹ ਜਿਹੜੇ ਮੇਨ ਪੋਪੂਲਰ ਫਲੇਵਰਸ ਆ। ਤਾਂ ਫ੍ਰੀ ਐਂਡ ਓਪਨ ਸੋਰਸ, ਪਾਈਥਨ ਫ੍ਰੀ ਆ ਤੇ ਇਹ ਓਪਨ ਸੋਰਸ ਮਤਲਬ ਵੀ ਇਹਦੇ ਕੋਡ ਦੇ ਵਿੱਚ ਆਪਾਂ ਦੇਖ ਕੇ ਕੋਡ ਨੂੰ ਉਹਦੇ ਵਿੱਚ ਚੇਂਜਸ ਲਿਆ ਕੇ ਉਹਨੂੰ ਆਪਾਂ ਅਲੱਗ-ਅਲੱਗ ਕਸਟਮਾਈਜ਼ੇਸ਼ਨ ਕਰ ਸਕਦੇ ਹਾਂ ਤੇ ਉਹਦੇ ਨਾਲ ਪਾਈਥਨ ਦੇ ਅਲੱਗ-ਅਲੱਗ ਫਲੇਵਰ ਤਿਆਰ ਹੁੰਦੇ ਆ। ਤੇ ਆਹ ਜਿਹੜੇ ਮੇਨ ਫਲੇਵਰ ਆਪਾਂ ਨੇ ਦੇਖੇ ਹੋ ਰਹੇ, ਸੀ ਪਾਈਥਨ ਹੋ ਗਿਆ, ਜੇ ਪਾਈਥਨ, ਪਾਈ, ਰੂਬੀ ਪਾਈਥਨ, ਐਨਾਕੋਂਡਾ, ਸਟੈਕਲੈਸ, ਇਹ ਜਿਹੜੇ ਮੇਨ ਫਲੇਵਰ ਆ ਪਾਈਥਨ ਦੇ, ਠੀਕ ਆ। ਤੀਜਾ ਪੁਆਇੰਟ ਆਪਾਂ ਦੇਖ ਲਈਏ, ਹਾਈ ਲੈਵਲ ਲੈਂਗੁਏਜ ਆ। ਆਪਾਂ ਪਹਿਲਾਂ ਵੀ ਡਿਸਕਸ ਕੀਤਾ ਹਾਈ ਲੈਵਲ ਲੈਂਗੁਏਜ ਪਾਈਥਨ ਦੀ ਡੈਫੀਨੇਸ਼ਨ ਦੇ ਵਿੱਚ ਕਿ ਹਾਈ ਲੈਵਲ ਦਾ ਮਤਲਬ ਕਿ ਪਾਈਥਨ ਦੇ ਵਿੱਚ ਜਦ ਆਪਾਂ ਨੇ ਕੋਡਿੰਗ ਕਰਨੀ ਆ ਤਾਂ ਆਪਾਂ ਨੇ ਮੈਮਰੀ ਮੈਨੇਜਮੈਂਟ ਨਹੀਂ ਕਰਨੀ ਹੈਗੀ। ਮੈਮਰੀ ਮੈਨੇਜਮੈਂਟ, ਸਿਕਿਉਰਿਟੀ, ਅੰਡਰਲਾਈਂਗ ਆਰਕੀਟੈਕਚਰ। ਹਾਈ ਲੈਵਲ ਲੈਂਗੁਏਜ ਦੇ ਵਿੱਚ ਜਿੱਕਣਾ ਕਿ ਪਾਈਥਨ ਜਿਹੜੀ ਹਾਈ ਲੈਵਲ ਲੈਂਗੁਏਜ, ਇਹਦੇ ਵਿੱਚ ਆਪਾਂ ਮੈਮਰੀ ਮੈਨੇਜ ਆਪਾਂ ਨੇ ਨਹੀਂ ਕਰਨੀ ਹੈਗੀ, ਸਿਕਿਉਰਿਟੀ ਦੀ ਆਪਾਂ ਨੂੰ ਟੈਨਸ਼ਨ ਨਹੀਂ ਹੈਗੀ, ਤੇ ਅੰਡਰਲਾਈਂਗ ਜਿਹੜਾ ਆਰਕੀਟੈਕਚਰ ਆ CPU ਦਾ ਕਿ ਉਹਦੇ ਕਿੰਨੇ ਪਿੰਨ ਆ, ਕੀ ਨਾਮ ਆ, ਕੀ ਫੰਕਸ਼ਨੈਲਿਟੀਆਂ, ਇਹ ਸਾਰਾ ਆਪਾਂ ਨੂੰ ਕਰਨ ਦੀ ਲੋੜ ਹੈ ਨਹੀਂ। ਇਹ ਸਾਰਾ ਕੁਝ ਆਪਣੇ ਲਈ ਪਾਈਥਨ ਲੈਂਗੁਏਜ ਕਰਦੇ ਆ, ਠੀਕ ਆ। ਤਾਂ ਹੀ ਆਪਾਂ ਇਹਨੂੰ ਕਹਿੰਦੇ ਆ ਹਾਈ ਲੈਵਲ ਲੈਂਗੁਏਜ। ਚੌਥੇ ਪੁਆਇੰਟ ਤੇ ਆ ਜਾਈਏ, ਜੇ ਆਪਾਂ ਕਿਸੇ ਇੱਕ ਪਲੇਟਫਾਰਮ ਤੇ ਪਾਈਥਨ ਦਾ ਕੋਈ ਵੀ ਇੱਕ ਐਪਲੀਕੇਸ਼ਨ ਤਿਆਰ ਕਰੀਏ, ਫੋਰ ਐਗਜ਼ਾਮਪਲ ਵਿੰਡੋ ਤੇ ਕੀਤਾ, ਉਹ ਸੇਮ ਐਪਲੀਕੇਸ਼ਨ ਆ ਆਪਾਂ ਹੋਰ ਜਿੰਨੇ ਵੀ ਆਪਰੇਟਿੰਗ ਸਿਸਟਮ ਆ ਉਹਨਾਂ ਤੇ ਵਰਤ ਸਕਦੇ ਆ। ਇਸ ਫੀਚਰ ਨੂੰ ਕਹਿੰਦੇ ਆ ਪੋਰਟੇਬਲ ਕ੍ਰਾਸ ਪਲੇਟਫਾਰਮ ਲੈਂਗੁਏਜ। ਫੋਰ ਐਗਜ਼ਾਮਪਲ ਵਿੰਡੋ ਸਿਸਟਮ ਤੇ ਆਪਾਂ ਨੇ ਇੱਕ ਪ੍ਰੋਗਰਾਮ ਤਿਆਰ ਕੀਤਾ, ਉਹੀ ਪ੍ਰੋਗਰਾਮ ਆਪਾਂ ਨੇ ਚੱਕ ਕੇ ਲਿਨਕਸ ਤੇ ਲਿਨਕਸ ਦੇ ਵਿੱਚ ਵਰਤ ਸਕਦੇ ਆ, ਜਾਂ ਫਿਰ ਹੋਰ ਜਿਹੜੇ ਵੀ ਆਪਰੇਟਿੰਗ ਸਿਸਟਮ ਆ, ਫੋਰ ਐਗਜ਼ਾਮਪਲ ਮੈਕ ਹੋ ਗਿਆ, ਸੋਲਰਿਸ ਹੋ ਗਿਆ, ਠੀਕ ਆ। ਤਾਂ ਵਿੰਡੋ ਦੇ ਵਿੱਚ ਜਿਹੜਾ ਆਪਾਂ ਨੇ ਇੱਕ ਪ੍ਰੋਗਰਾਮ ਤਿਆਰ ਕੀਤਾ, ਉਹੀ ਪ੍ਰੋਗਰਾਮ ਆਪਾਂ ਲਿਨਕਸ ਦੇ ਵਿੱਚ, ਮੈਕ ਦੇ ਵਿੱਚ, ਸੋਲਰਿਸ ਦੇ ਵਿੱਚ ਲਿਖ ਸਕਦੇ ਹਾਂ ਬਿਨਾਂ ਇੱਕ ਲਾਈਨ ਚੇਂਜ ਕੀਤੇ ਹੋਏ। ਆਹ ਫੀਚਰ ਨੂੰ ਕਹਿੰਦੇ ਆ ਪੋਰਟੇਬਲ ਕ੍ਰਾਸ ਪਲੇਟਫਾਰਮ ਲੈਂਗੁਏਜ। ਪੰਜਵਾਂ ਫੀਚਰ ਦੇਖ ਲਈਏ, ਡਾਇਨਾਮਿਕਲੀ ਟਾਈਪਡ ਲੈਂਗੁਏਜ। ਹੁਣ ਕਿਸੇ ਵੀ ਕੰਪਿਊਟਰ ਲੈਂਗੁਏਜ ਦੇ ਵਿੱਚ ਆਪਾਂ ਬਹੁਤ ਸਾਰਾ ਡੇਟਾ ਯੂਜ਼ ਕਰਦੇ ਹਾਂ, ਠੀਕ ਆ। ਡੇਟਾ ਜਿਹੜਾ ਇਹ ਬਹੁਤ ਅਲੱਗ-ਅਲੱਗ ਕਿਸਮ ਦਾ ਡੇਟਾ, ਜਿੱਕਣਾ ਇੱਕ ਹੋ ਗਿਆ ਫੋਰ ਐਗਜ਼ਾਮਪਲ ਇੰਟੀਜਰ ਡੇਟਾ, ਠੀਕ ਆ। ਜਿੰਨੇ ਵੀ ਨੰਬਰ ਆਪਾਂ ਯੂਜ਼ ਕਰਦੇ ਹਾਂ ਕਿਸੇ ਵੀ ਕੰਪਿਊਟਰ ਲੈਂਗੁਏਜ, ਜਿਵੇਂ 1 2 3 4 5 6, ਜਿੰਨੇ ਵੀ ਨੰਬਰ ਬਿਨਾਂ ਡੈਸੀਮਲ ਤੋਂ, ਉਹ ਸਾਰੇ ਆਉਂਦੇ ਆ ਇੰਟੀਜਰ ਦੇ ਵਿੱਚ, ਠੀਕ ਆ। ਫਿਰ ਇੱਕ ਫਲੋਟ ਡੇਟਾ ਟਾਈਪ ਆ,
ਜਿਹਦੇ ਵਿੱਚ ਆਪਾਂ ਡੈਸੀਮਲ ਜਿੰਨੀਆਂ ਵੈਲੂਆਂ ਉਹ ਸਾਰੀਆਂ ਫਲੋਟ ਦੇ ਵਿੱਚ ਆਉਂਦੀਆਂ। ਜਿਵੇਂ 1.2 ਆਪਾਂ ਲਿਖਿਆ, ਯੂਜ਼ ਕਰਨਾ 3.4 ਕਰਨਾ, ਜਾਂ ਜਿਹੜਾ ਵੀ ਡੈਸੀਮਲ ਨੰਬਰ ਆ 5.7, ਇਹ ਸਾਰਾ ਆਉਂਦਾ ਫਲੋਟ ਦੇ ਵਿੱਚ ਆ। ਠੀਕ ਆ। ਹੁਣ ਇੱਕ ਹੋਰ ਡਾਟਾ ਟਾਈਪ ਆ ਜਿਹਨੂੰ ਆਪਾਂ ਕਹਿੰਦੇ ਆ ਸਟਰਿੰਗ। ਸਟਰਿੰਗ ਦੇ ਵਿੱਚ ਜਿਹੜੇ ਆਪਾਂ ਕੋਈ ਵੀ ਵਰਡ ਯੂਜ਼ ਕਰਦੇ ਹਾਂ ਕੰਪਿਊਟਰ ਲੈਂਗੁਏਜ ਦੇ ਵਿੱਚ, ਜਿਕਣਾ ਹੋ ਗਿਆ ਐਪਲ, ਠੀਕ ਆ, ਮੈਂਗੋ ਹੋ ਗਿਆ, ਐਗਜ਼ਾਮਪਲ ਦੇ ਤੌਰ 'ਤੇ ਮੈਂ ਲੈ ਰਿਹਾ, ਜਾਂ ਜਿੰਨੇ ਵੀ ਵਰਡ ਉਹ ਸਾਰੇ ਆ ਗਏ ਸਟਰਿੰਗ ਡਾਟਾ ਟਾਈਪ ਦੇ ਵਿੱਚ। ਠੀਕ ਆ। ਉਹ ਤੋਂ ਬਾਅਦ ਇੱਕ ਹੋ ਗਿਆ ਬੂਲੀਅਨ। ਬੂਲੀਅਨ ਦੇ ਵਿੱਚ ਟਰੂ ਅਤੇ ਫਾਲਸ ਆਉਂਦੇ ਨੇ। ਠੀਕ ਆ। ਅਤੇ ਇੱਦਾਂ ਹੀ ਬਹੁਤ ਸਾਰੇ ਡਾਟਾ ਟਾਈਪ ਆ ਹਰ ਇੱਕ ਲੈਂਗੁਏਜ ਦੇ ਵਿੱਚ ਆਪਾਂ ਯੂਜ਼ ਕਰਦੇ ਹਾਂ। ਹੁਣ ਇਹ ਮੈਂ ਐਗਜ਼ਾਮਪਲ ਦੇ ਤੌਰ 'ਤੇ ਲੈ ਰਿਹਾ ਕਿ ਜਦ ਵੀ ਆਪਾਂ ਕੋਈ ਵੀ ਡਾਟਾ ਯੂਜ਼ ਕਰਨਾ ਕਿਸੇ ਵੀ ਲੈਂਗੁਏਜ ਦੇ ਵਿੱਚ, ਤਾਂ ਡਾਟਾ ਯੂਜ਼ ਕਰਨ ਤੋਂ ਪਹਿਲਾਂ ਕੰਪਿਊਟਰ ਪ੍ਰੋਗਰਾਮ ਲਿਖਣਾ ਸਟਾਰਟਿੰਗ ਦੇ ਵਿੱਚ ਆਪਾਂ ਨੂੰ ਮੈਂਸ਼ਨ ਕਰਨਾ ਪੈਂਦਾ ਕਿਤੇ ਨਾ ਕਿਤੇ ਕਿ ਇਹ ਡਾਟਾ ਆਪਾਂ ਨੇ ਕਿਸ ਕਿਸਮ ਦਾ ਡਾਟਾ ਵਰਤਣਾ ਹੈ। ਜੇ ਇੱਕ ਪ੍ਰੋਗਰਾਮ ਦੇ ਵਿੱਚ ਮੈਂ ਇੰਟੀਜਰ ਡਾਟਾ ਵਰਤਣਾ ਹੈ ਤਾਂ ਮੈਨੂੰ ਪ੍ਰੋਗਰਾਮ ਦੇ ਸਟਾਰਟਿੰਗ ਦੇ ਵਿੱਚ ਲਿਖਣਾ ਪੈਣਾ ਕਿ ਭਾਈ ਮੈਂ ਇੰਟੀਜਰ ਡਾਟਾ ਵਰਤਣ ਲੱਗਿਆ। ਠੀਕ ਆ। ਫੋਰ ਐਗਜ਼ਾਮਪਲ ਕਿਸੇ ਲੈਂਗੁਏਜ ਦਾ ਸਿੰਟੈਕਸ ਨਹੀਂ ਹੈਗਾ, ਪਰ ਮੈਂ ਐਗਜ਼ਾਮਪਲ ਦੇ ਤੌਰ 'ਤੇ ਲੈ ਰਿਹਾ। ਜੇ ਆਪਾਂ ਕਿਸੇ ਵੀ ਲੈਂਗੁਏਜ ਵਿੱਚ ਇੱਕ ਇੰਟੀਜਰ ਡਾਟਾ ਯੂਜ਼ ਕਰਨਾ ਤਾਂ ਆਪਾਂ ਪਹਿਲਾਂ ਡਿਕਲੇਅਰ ਕਰਾਂਗੇ ਕਿ ਮੈਂ ਇੰਟੀਜਰ ਵਰਤਣਾ, ਫਿਰ ਆਪਾਂ ਉਹ ਡਾਟਾ ਨੂੰ ਇੱਕ ਨਾਂ ਦੇਵਾਂਗੇ, ਇੱਕ ਵੈਰੀਏਬਲ ਨਾਂ ਦੇਵਾਂਗੇ, ਜਿਸ ਵੈਰੀਏਬਲ ਦੇ ਵਿੱਚ ਆਪਾਂ ਨੇ ਉਹ ਡਾਟਾ ਸਟੋਰ ਕਰਨਾ। ਤਾਂ ਵੈਰੀਏਬਲ ਇੱਕ ਕੰਪਾਰਟਮੈਂਟ ਹੋ ਗਿਆ, ਇੱਕ ਬਾਕਸ, ਇੱਕ ਐਮਟੀ ਬਾਕਸ ਹੋ ਗਿਆ ਜਿਹਦੇ ਵਿੱਚ ਆਪਾਂ ਨੇ ਡਾਟਾ ਸਟੋਰ ਕਰਨਾ। ਹੁਣ ਅਗਰ ਆਹ ਸਾਰੇ ਫੀਚਰ ਆ, ਇਹ ਆਪਾਂ ਦੁਬਾਰਾ ਫਿਰ ਡਿਸਕਸ ਕਰਾਂਗੇ। ਜੇ ਹੁਣ ਨਹੀਂ ਸਮਝ ਆਇਆ ਤਾਂ ਕੋਈ ਨਹੀਂ, ਆਪਾਂ ਦੁਬਾਰਾ ਫਿਰ ਰਿਪੀਟ ਕਰਾਂਗੇ ਬਾਰ-ਬਾਰ ਜਦ ਤੱਕ ਸਮਝ ਨਹੀਂ ਆਉਂਦਾ। ਜੇ ਫਿਰ ਵੀ ਨਹੀਂ ਸਮਝ ਆਇਆ ਤਾਂ ਮੈਨੂੰ ਜ਼ਰੂਰ ਮੈਸੇਜ ਦੇ ਵਿੱਚ ਲਿਖਣਾ ਕਿ ਭਾਈ ਆਹ ਟੌਪਿਕ ਨਹੀਂ ਸਮਝ ਆਇਆ, ਆਪਾਂ ਫਿਰ ਡਿਸਕਸ ਕਰਾਂਗੇ। ਠੀਕ ਆ। ਤਾਂ ਜੇ ਹੁਣ ਆਪਾਂ ਇੰਟੀਜਰ ਡਾਟਾ ਯੂਜ਼ ਕਰਨਾ ਹੈ ਕਿਸੇ ਵੀ ਲੈਂਗੁਏਜ ਦੇ ਵਿੱਚ, ਤਾਂ ਆਪਾਂ ਪਹਿਲਾਂ ਡਿਕਲੇਅਰ ਕਰਨਾ ਕਿ ਆਪਾਂ ਇੰਟੀਜਰ ਯੂਜ਼ ਕਰਨਾ, ਐਵੇਂ ਲਿਖ ਕੇ ਇੰਟੀਜਰ। ਉਹ ਤੋਂ ਬਾਅਦ ਜਿੱਥੇ ਆਪਾਂ ਡਾਟਾ ਸਟੋਰ ਕਰਨਾ ਇੰਟੀਜਰ, ਉਹ ਨਾਂ ਦੇਣਾ ਪੈਣਾ। ਫੋਰ ਐਗਜ਼ਾਮਪਲ ਆਪਾਂ ਨਾਂ ਲਈਏ int1, ਇਹ ਕੋਈ ਵੀ ਨਾ ਹੋ ਸਕਦਾ, int2 ਵੀ ਹੋ ਸਕਦਾ, int3 ਵੀ ਹੋ ਸਕਦਾ, ਜਿਹੜਾ ਮਰਜ਼ੀ ਨਾ। ਠੀਕ ਆ। ਆਪਾਂ int1 ਨਾਂ ਉਹਨੂੰ ਦਿੱਤਾ ਜਿੱਥੇ ਆਪਾਂ ਡਾਟਾ ਸਟੋਰ ਕਰਨਾ। ਹੁਣ int1 ਦੇ ਵਿੱਚ ਆਪਾਂ ਇੰਟੀਜਰ ਡਾਟਾ ਸਟੋਰ ਕਰ ਸਕਦੇ ਹਾਂ। ਇੰਟੀਜਰ ਡਾਟਾ ਕਿਹੜਾ ਹੋਗਾ? ਬਿਨਾਂ ਡੈਸੀਮਲ ਤੋਂ। ਫੋਰ ਐਗਜ਼ਾਮਪਲ ਮੈਂ ਸਟੋਰ ਕੀਤਾ 235, ਠੀਕ ਆ, 345, ਮੈਂ 345 ਸਟੋਰ ਕੀਤਾ int1 ਦੇ ਵਿੱਚ। ਅਤੇ int1 ਕਿਹੜਾ ਡਾਟਾ ਟਾਈਪ ਹੈ? ਇੰਟੀਜਰ। ਠੀਕ ਆ। ਜਿਹੜੀ ਆਹ ਫੀਚਰ ਆ ਇਹਨੂੰ ਕਹਿੰਦੇ ਆ ਥੋੜ੍ਹਾ ਫਿਰ ਤੋਂ ਧਿਆਨ ਦਿਓ। ਜਦ ਆਪਾਂ ਕੋਈ ਵੀ ਡਾਟਾ ਯੂਜ਼ ਕਰਨਾ ਕਿਸੇ ਵੀ ਲੈਂਗੁਏਜ ਦੇ ਵਿੱਚ, ਤਾਂ ਡਾਟਾ ਯੂਜ਼ ਕਰਨ ਤੋਂ ਪਹਿਲਾਂ ਆਪਾਂ ਲੈਂਗੁਏਜ ਦੇ ਸਟਾਰਟਿੰਗ ਦੇ ਵਿੱਚ ਆਪਾਂ ਨੂੰ ਡਿਕਲੇਅਰ ਕਰਨਾ ਪੈਂਦਾ ਕਿ ਆਪਾਂ ਕਿਹੜਾ ਡਾਟਾ ਯੂਜ਼ ਕਰਨਾ। ਫੋਰ ਐਗਜ਼ਾਮਪਲ ਆਪਾਂ ਨੇ ਇੰਟੀਜਰ ਡਾਟਾ ਯੂਜ਼ ਕਰਨਾ। ਇੰਟੀਜਰ ਕਿਹੜਾ ਹੋ ਗਿਆ? 1 2 3 4 ਜਿੰਨੇ ਵੀ ਨੰਬਰ ਬਿਨਾਂ ਡੈਸੀਮਲ ਦੇ। ਠੀਕ ਆ। ਤਾਂ ਆਪਾਂ ਲਿਖਣਾ ਇੰਟੀਜਰ ਕਿ ਮੈਂ ਇੰਟੀਜਰ ਵਰਤਣਾ, ਅਤੇ ਉਹ ਡਾਟਾ ਆਪਾਂ ਕਿੱਥੇ ਸਟੋਰ ਕਰਨਾ ਉਹ ਨਾਂ ਆਪਾਂ ਨੂੰ ਦੇਣਾ ਪੈਣਾ। ਆਪਾਂ ਉਹਦੇ ਨਾਂ ਦਿੱਤਾ int1। ਠੀਕ ਆ। int1 ਦੇ ਵਿੱਚ ਆਪਾਂ 3 4 5 ਡਾਟਾ ਸਟੋਰ ਕੀਤਾ। ਆਹ ਜਿਹੜਾ ਫੀਚਰ ਆ ਇਹਨੂੰ ਕਹਿੰਦੇ ਆ ਸਟੈਟਿਸਟਿਕਲੀ ਟਾਈਪਡ ਲੈਂਗੁਏਜ। ਠੀਕ ਆ। ਹੁਣ ਡਾਇਨਾਮਿਕਲੀ ਟਾਈਪਡ ਲੈਂਗੁਏਜ ਕੀ ਆ? ਪਾਈਥਨ ਜਿਹੜੀ ਹੈ ਡਾਇਨਾਮਿਕਲੀ ਟਾਈਪਡ ਲੈਂਗੁਏਜ ਆ। ਮਤਲਬ ਪਾਈਥਨ ਦੇ ਵਿੱਚ ਜਦ ਆਪਾਂ ਕੋਈ ਵੀ ਡਾਟਾ ਯੂਜ਼ ਕਰਨਾ ਤਾਂ ਆਪਾਂ ਨੂੰ ਡਿਕਲੇਅਰ ਕਰਨ ਦੀ ਲੋੜ ਨਹੀਂ ਪੈਂਦੀ ਕਿ ਭਾਈ ਉਹ ਡਾਟਾ ਇੰਟੀਜਰ ਆ, ਫਲੋਟ ਆ, ਜਾਂ ਸਟਰਿੰਗ ਆ, ਬੁਲੀਅਨ ਆ। ਪਾਈਥਨ ਲੈਂਗੁਏਜ ਆ ਖੁਦ ਡਿਸਾਈਡ ਕਰਦੀ ਆ ਕਿ ਉਹ ਡਾਟਾ ਕਿਹੋ ਜਿਹਾ ਹੈ। ਹੁਣ ਡਿਸਾਈਡ ਕਿੱਦਾਂ ਕਰਦੀ ਪਾਈਥਨ ਲੈਂਗੁਏਜ ਆ? ਜਿਹੜੀ ਵੀ ਵੈਲਿਊ ਆਪਾਂ ਸਟੋਰ ਕਰਾਂਗੇ ਵੈਰੀਏਬਲ ਨਾਂ ਦੇ ਵਿੱਚ ਆ, ਉਹ ਵੈਲਿਊ ਨੂੰ ਦੇਖ ਕੇ ਪਾਈਥਨ ਨੇ ਡਿਸਾਈਡ ਕਰਨਾ ਕਿ ਉਹ ਭਾਈ ਇੰਟੀਜਰ ਆ, ਜਾਂ ਬੁਲੀਅਨ ਆ, ਜਾਂ ਸਟਰਿੰਗ ਆ, ਜਾਂ ਕੋਈ ਹੋਰ ਡਾਟਾ ਟਾਈਪ ਆ। ਫੋਰ ਐਗਜ਼ਾਮਪਲ ਆਹੀ ਚੀਜ਼ ਜੇ ਆਪਾਂ ਪਾਈਥਨ ਦੇ ਵਿੱਚ ਕਰਨਾ ਤਾਂ ਆਪਾਂ ਨੂੰ ਇੰਟੀਜਰ ਲਿਖਣ ਦੀ ਲੋੜ ਨਹੀਂ ਪੈਣੀ। ਇੰਟੀਜਰ ਆਪਾਂ ਲਿਖਣ ਦੀ ਲੋੜ ਨਹੀਂ ਪੈਣੀ ਹੈਗੀ। ਆਪਾਂ ਨੇ ਨਾਂ ਦੇਣਾ int1 ਵੈਰੀਏਬਲ ਨੇਮ ਜਿਹਦੇ ਵਿੱਚ ਆਪਾਂ ਡਾਟਾ ਸਟੋਰ ਕਰਨਾ, ਅਤੇ ਉਹਦੇ ਵਿੱਚ ਆਪਾਂ ਨੇ ਵੈਲਿਊ ਸਟੋਰ ਕਰ ਦੇਣੀ। ਜੇ ਆਪਾਂ 786 ਸਟੋਰ ਕਰਨਾ ਤਾਂ int1 ਦੇ ਵਿੱਚ ਸਟੋਰ ਕਰਤਾ ਆਪਾਂ ਨੇ ਇੱਦਾਂ। ਠੀਕ ਆ। ਹੁਣ ਉਰੇ ਜੇ ਤੁਸੀਂ ਦੇਖੋਗੇ ਕਿ ਆਪਾਂ ਨੇ ਇੰਟੀਜਰ ਪਹਿਲੀ ਲਾਈਨ 'ਚ ਡਿਕਲੇਅਰ ਕੀਤਾ, ਆਹ ਲਾਈਨ ਦੇ ਵਿੱਚ ਆਪਾਂ ਇੰਟੀਜਰ ਕਿਤੇ ਡਿਕਲੇਅਰ ਨਹੀਂ ਕੀਤਾ ਹੈਗਾ। ਜਦ ਆਪਾਂ ਨੇ ਆਹ ਵੈਲਿਊ ਲਿਖਣੀ ਆ ਤਾਂ ਪਾਈਥਨ ਨੇ ਵੈਲਿਊ ਚੈੱਕ ਕਰਨੀ ਕਿ ਭਾਈ ਵੈਲਿਊ ਕਿਹੜੀ ਆ। 786 ਜਿਹੜਾ ਬਿਨਾਂ ਡੈਸੀਮਲ ਤੋਂ ਇੰਟੀਜਰ ਵੈਲਿਊ ਆ। ਤਾਂ ਇੰਟੀਜਰ ਵੈਲਿਊ ਦੇਖ ਕੇ ਪਾਈਥਨ ਖੁਦ ਡਿਸਾਈਡ ਕਰੇਗਾ ਕਿ ਇੰਟੀਜਰ ਆ 1 ਆ, ਇਹ ਇੰਟੀਜਰ ਆ। ਠੀਕ ਆ। ਆਹ ਜਿਹੜੀ ਫੀਚਰ ਆ ਪਾਈਥਨ ਦੀ, ਇਹਨੂੰ ਆਪਾਂ ਕਹਿੰਦੇ ਆ ਡਾਇਨਾਮਿਕਲੀ ਟਾਈਪਡ ਲੈਂਗੁਏਜ। ਇਹ ਬਹੁਤ ਜ਼ਰੂਰੀ ਆ।
ਡਾਇਨਾਮਿਕਲੀ ਟਾਈਪਡ ਲੈਂਗੁਏਜ ਪਾਈਥਨ ਆ ਜਿਹੜੀ, ਇਹਦੇ ਵਿੱਚ ਆਪਾਂ ਨੂੰ ਡਿਕਲੇਅਰ ਕਰਨ ਦੀ ਲੋੜ ਨਹੀਂ ਪੈਂਦੀ ਕਿ ਡੇਟਾ ਟਾਈਪ ਆਪਾਂ ਨੇ ਕਿਹੜਾ ਵਰਤਣਾ ਹੈ। ਠੀਕ ਆ, ਇਹ ਤੋਂ ਬਾਅਦ ਆਪਾਂ ਆਈਏ 6ਵੇਂ ਫੀਚਰ ਤੇ। ਓਕੇ, ਆਪਾਂ ਨੇ ਪਹਿਲਾਂ ਡਿਸਕਸ ਕੀਤਾ ਕਿ ਗੀਰੋ ਵਨ ਰੋਸਹਮ ਨੇ ਜਦ ਪਾਈਥਨ ਤਿਆਰ ਕੀਤੀ ਤਾਂ ਉਹਨੇ ਅਲੱਗ-ਅਲੱਗ ਜਿਹੜੀਆਂ ਫੇਮਸ ਲੈਂਗੁਏਜਾਂ ਸੀਗੀਆਂ ਉਹਨਾਂ ਤੋਂ ਕੋਈ ਨਾ ਕੋਈ ਫੀਚਰ ਚੱਕ ਕੇ ਪਾਈਥਨ ਦੇ ਵਿੱਚ ਪਾਇਆ। ਇਸ ਕਰਕੇ ਆਪਾਂ ਪਾਈਥਨ ਨੂੰ ਆਬਜੈਕਟ ਓਰੀਐਂਟਡ, ਪ੍ਰੋਸੀਜਰ ਓਰੀਐਂਟਡ, ਫੰਕਸ਼ਨਲ, ਮੋਡੂਲਰ, ਸਕ੍ਰਿਪਟਿੰਗ ਲੈਂਗੁਏਜ ਵੀ ਕਹਿ ਸਕਦੇ ਹਾਂ। ਠੀਕ ਆ, ਹੁਣ ਆਪਾਂ ਡਿਸਕਸ ਕਰਾਂਗੇ ਵੀ ਆਪਾਂ ਇਹਨਾਂ ਨੂੰ ਪਾਈਥਨ ਨੂੰ ਆਬਜੈਕਟ ਓਰੀਐਂਟਡ ਕਾਹਤੇ ਕਹਿੰਦੇ ਆ। ਜਿਹੜੀ ਨਵੀਆਂ ਕੰਪਿਊਟਰ ਲੈਂਗੁਏਜ ਆ, ਮਾਡਰਨ ਕੰਪਿਊਟਰ ਲੈਂਗੁਏਜ ਜਿਵੇਂ C++ ਹੋ ਗਈ, ਜਾਵਾ ਹੋ ਗਈ, ਪਾਈਥਨ ਹੋ ਗਈ, ਰੂਬੀ ਹੋ ਗਈ, ਇਹ ਸਾਰੀਆਂ ਆਬਜੈਕਟ ਓਰੀਐਂਟਡ ਲੈਂਗੁਏਜ ਆ। ਕਹਿਣ ਦਾ ਮਤਲਬ ਜਦ ਆਪਾਂ ਕੋਈ ਵੀ ਪ੍ਰੋਗਰਾਮ ਲਿਖਣਾ ਇਹਦੇ ਵਿੱਚ ਤਾਂ ਸਭ ਤੋਂ ਪਹਿਲਾਂ ਆਪਣੇ ਕਲਾਸ ਕ੍ਰੀਏਟ ਕਰਨੀ ਹੈ। ਦੇਖੋ ਆਹ ਜਿਹੜੇ ਫੀਚਰ ਆ ਇਹਨਾਂ ਤੇ ਆਪਾਂ ਦੁਬਾਰਾ ਫਿਰ ਡਿਸਕਸ਼ਨ ਕਰਾਂਗੇ। ਠੀਕ ਆ, ਹੁਣ ਉਹਦੇ ਆਪਾਂ ਫੀਚਰ ਦੇਖ ਰਹੇ ਹਾਂ ਤੇ ਹਲਕਾ ਜਿਹਾ ਮੈਂ ਆਹ ਸਬਜੈਕਟ ਨੂੰ ਮੈਂ ਟੱਚ ਕਰ ਰਿਹਾ ਕਿ ਇਹ ਕੀ ਹੁੰਦੇ ਆ ਹਲਕੇ ਜਿਹੇ। ਠੀਕ ਆ, ਜੇ ਨਹੀਂ ਸਮਝ ਆਇਆ ਤਾਂ ਕੋਈ ਗੱਲ ਨਹੀਂ ਹੈ, ਦੁਬਾਰਾ ਫਿਰ ਆਪਾਂ ਇਹਨਾਂ ਤੇ ਡਿਸਕਸ਼ਨ ਆਪਣੀ ਹੋਣੀ ਹੈ ਦੁਬਾਰਾ। ਤਾਂ ਆਬਜੈਕਟ ਓਰੀਐਂਟਡ ਕੀ ਹੋਇਆ? ਆਬਜੈਕਟ ਓਰੀਐਂਟਡ ਮਤਲਬ ਕਿ ਪਹਿਲਾਂ ਜੇ ਆਪਾਂ ਪ੍ਰੋਗਰਾਮ ਲਿਖਣਾ ਤਾਂ ਉਹਦੇ ਵਿੱਚ ਆਪਾਂ ਇੱਕ ਕਲਾਸ ਕ੍ਰੀਏਟ ਕਰਨੀ ਆ। ਠੀਕ ਆ, ਉਸ ਕਲਾਸ ਤੋਂ ਬਾਅਦ ਆਪਾਂ ਨੇ ਇੱਕ ਆਬਜੈਕਟ ਕ੍ਰੀਏਟ ਕਰਨਾ ਕਲਾਸ ਤੋਂ। ਠੀਕ ਆ, ਆਬਜੈਕਟ ਕ੍ਰੀਏਟ ਕਰਕੇ ਉਹ ਆਪਣਾ ਜਿਹੜਾ ਪ੍ਰੋਗਰਾਮ ਤਿਆਰ ਹੁੰਦਾ। ਤਾਂ ਇਹ ਜਿਹੜਾ ਫੀਚਰ ਆ ਅੱਜ ਕੱਲ੍ਹ ਦੀਆਂ ਮਾਡਰਨ ਲੈਂਗੁਏਜਾਂ ਦੇ ਵਿੱਚ ਆਪਾਂ ਐਵੇਂ ਕਰਦੇ ਹਾਂ, ਉਹਨੂੰ ਕਹਿੰਦੇ ਆਪਾਂ ਆਬਜੈਕਟ ਓਰੀਐਂਟਡ ਕੰਪਿਊਟਰ ਲੈਂਗੁਏਜਸ। ਠੀਕ ਆ, ਪਾਈਥਨ ਜਿਹੜੀ ਆਬਜੈਕਟ ਓਰੀਐਂਟਡ ਕੰਪਿਊਟਰ ਲੈਂਗੁਏਜ ਆ। ਹੁਣ ਕਲਾਸ ਤੇ ਆਬਜੈਕਟ ਕੀ ਆ? ਕਲਾਸ ਹੋ ਗਈ ਜਦ ਆਪਾਂ ਕੋਈ ਵੀ ਇੱਕ ਆਈਡੀਆ ਤਿਆਰ ਕਰਦੇ ਹਾਂ ਤਾਂ ਉਹਨੂੰ ਕਹਿੰਦੇ ਆ ਕਲਾਸ। ਉਹ ਤਾਂ ਜਦ ਆਪਾਂ ਫਿਜ਼ੀਕਲ ਇੰਪਲੀਮੈਂਟੇਸ਼ਨ ਕਰਦੇ ਹਾਂ ਤਾਂ ਉਹਨੂੰ ਕਹਿੰਦੇ ਆ ਆਬਜੈਕਟ। ਫੋਰ ਐਗਜ਼ਾਮਪਲ ਦੇ ਤੌਰ ਤੇ ਆਪਾਂ ਲਈਏ ਫੋਰਡ ਮੋਟਰ ਕੰਪਨੀ। ਫੋਰਡ ਮੋਟਰ ਕੰਪਨੀ ਦੇ ਵਿੱਚ F-150 ਕਰਕੇ ਪਿਕਅਪ ਟਰੱਕ ਆ, ਬੜਾ ਮਸ਼ਹੂਰ ਆ। F-150 ਪਿਕਅਪ ਟਰੱਕ। ਠੀਕ ਆ, ਉਹਨਾਂ ਦੇ ਜਿੰਨੇ ਵੀ ਇੰਜੀਨੀਅਰ ਆ ਫੋਰਡ ਦੇ ਵਿੱਚ, ਜਦ F-150 ਪਿਕਅਪ ਦੀ ਪਲੈਨਿੰਗ ਹੋਈ ਪਹਿਲਾਂ ਤਾਂ ਸਾਰੇ ਇੰਜੀਨੀਅਰ ਇਕੱਠੇ ਹੋਏ। ਉਹਨਾਂ ਨੇ ਭਾਈ ਪੇਪਰ ਤੇ ਬਹਿ ਕੇ ਉਹਨਾਂ ਨੇ ਪਲੈਨਿੰਗ ਕੀਤੀ ਕਿ F-150 ਫੋਰਡ ਜਿਹੜਾ ਪਿਕਅਪ ਟਰੱਕ ਆ ਇਹ ਕਿਹੋ ਜਿਹਾ ਹੋਣਾ ਚਾਹੀਦਾ, ਕਿਵੇਂ ਦਿਖਣਾ ਚਾਹੀਦਾ, ਇਹਦੇ 'ਚ ਕਿਹੜੇ ਫੀਚਰ ਹੋਣੇ ਚਾਹੀਦੇ ਆ। ਤਾਂ ਉਹ ਜਿਹੜੀ ਸਾਰੀ ਪਲੈਨਿੰਗ ਪੇਪਰ ਤੇ ਕੀਤੀ ਇੰਜੀਨੀਅਰਾਂ ਨੇ ਬੈਠ ਕੇ, ਉਹਨੂੰ ਕਹਿੰਦੇ ਆਪਾਂ ਕਲਾਸ। ਠੀਕ ਆ, ਤਾਂ ਕਲਾਸ ਇੱਕ ਆਈਡੀਆ ਹੈ। ਜਦ ਆਪਾਂ ਬਹਿ ਕੇ ਕੋਈ ਵੀ ਤਿਆਰੀ ਕਰਦੇ ਹਾਂ ਕਿਸੇ ਇੱਕ ਆਈਡੀਆ ਦੀ ਤਾਂ ਉਹ ਆਈਡੀਆ ਕਲਾਸ ਹੋ ਗਈ। ਜਦ ਉਹਨਾਂ ਨੇ ਫਾਈਨਲਾਈਜ਼ ਕਰ ਤੱਕ ਪਿਕਅਪ ਜਿਹੜਾ F-150 ਪਿਕਅਪ ਟਰੱਕ ਦੇਖਣ ਨੂੰ ਇਹੋ ਜਿਹਾ ਹੋਣਾ ਚਾਹੀਦਾ ਹੈ, ਗ੍ਰੀਨ ਸਿਗਨਲ ਮਿਲ ਗਿਆ ਕੰਪਨੀ ਦੇ ਸੀਨੀਅਰ ਐਗਜ਼ੀਕਿਊਟਿਵ ਤੋਂ ਕਿ ਹਾਂ ਭਾਈ ਆਹ ਠੀਕ ਆ, ਤਾਂ ਉਹਦੀ ਜਦ ਉਹਨਾਂ ਨੇ ਪ੍ਰੋਪਰ ਉਹਨਾਂ ਨੇ ਲੈਨ ਤੇ F-150 ਤਿਆਰ ਕੀਤਾ, ਫਿਜ਼ੀਕਲ ਜਦ ਪਹਿਲਾ ਪਿਕਅਪ F-150 ਤਿਆਰ ਹੋਇਆ ਉਹ ਬਣ ਗਿਆ ਆਬਜੈਕਟ। ਤਾਂ ਇੱਕ ਕਲਾਸ ਤੋਂ one class has many objects ਆ। ਇੱਕ ਕਲਾਸ ਤੇ ਬਹੁਤ ਸਾਰੇ ਆਬਜੈਕਟ ਹੁੰਦੇ ਆ। ਤਾਂ ਜਿਹੜਾ ਪਹਿਲਾ ਪਿਕਅਪ ਟਰੱਕ ਤਿਆਰ ਹੋਇਆ ਕੰਪਨੀ ਦੇ ਵਿੱਚ ਉਹ ਪਹਿਲਾ ਆਬਜੈਕਟ ਬਣਿਆ। ਜਦ ਦੂਜਾ ਪਿਕਅਪ ਟਰੱਕ ਹੋਇਆ ਉਹ ਦੂਜਾ ਆਬਜੈਕਟ ਬਣਿਆ। ਠੀਕ ਹੈ, ਤੀਜਾ ਫਿਰ ਤੀਜਾ, ਇੱਦਾਂ ਗਾਹਾਂ ਵਧੀ ਗਏ। ਤਾਂ ਜਦ ਪਹਿਲਾ F-150 ਇੰਜੀਨੀਅਰਾਂ ਨੇ ਬਹਿ ਕੇ ਪੇਪਰ ਤੇ ਤਿਆਰ ਕੀਤਾ ਆਈਡੀਆ, ਉਹ ਹੋ ਗਈ ਕਲਾਸ। ਉਹਦਾ ਜਿਹੜਾ ਫਿਜ਼ੀਕਲ ਇੰਪਲੀਮੈਂਟੇਸ਼ਨ ਹੋਇਆ ਕਿ ਫਿਜ਼ੀਕਲ ਤਿਆਰ ਹੋਇਆ ਪਿਕਅਪ ਟਰੱਕ, ਉਹ ਹੋ ਗਈ ਉਹਦੀ ਆਬਜੈਕਟ ਆ। ਤਾਂ ਇੱਕ ਕਲਾਸ ਦੀਆਂ ਮੈਨੀ ਆਬਜੈਕਟ ਹੁੰਦੇ ਆ। ਠੀਕ ਆ, ਹੁਣ ਲਈ ਇੰਨਾ ਬਹੁਤ ਆ। ਤਾਂ ਕਿਉਂਕਿ ਇਹ ਫੀਚਰ ਪਾਈਥਨ ਦੇ ਵਿੱਚ ਹੈ ਤਾਂ ਇਹਨੂੰ ਆਪਾਂ ਕਹਿੰਦੇ ਆ ਆਬਜੈਕਟ ਓਰੀਐਂਟਡ ਲੈਂਗੁਏਜ। ਠੀਕ ਆ, ਹੁਣ ਆਪਾਂ ਦੇਖ ਲਈਏ ਕਿ ਇਹਨੂੰ ਪ੍ਰੋਸੀਜਰ ਓਰੀਐਂਟਡ ਕਾਹਤੇ ਕਹਿੰਦੇ ਆ। ਪ੍ਰੋਸੀਜਰ ਓਰੀਐਂਟਡ ਲੈਂਗੁਏਜ ਜਿਹੜੀਆਂ ਪੁਰਾਣੀਆਂ ਲੈਂਗੁਏਜਾਂ ਸੀਗੀਆਂ ਜਿਵੇਂ C, ਪਾਸਕਲ, ਫੋਰਟਰਨ, ਇਹ ਪੁਰਾਣੀਆਂ ਲੈਂਗੁਏਜਾਂ, ਇਹਨਾਂ ਦੇ ਵਿੱਚ ਆਬਜੈਕਟ ਓਰੀਐਂਟਡ ਦਾ ਕੰਸੈਪਟ ਹੈ ਨਹੀਂ। ਤਾਂ
ਤਾਂ ਆ ਸਾਰੀਆਂ ਲੈਂਗੁਏਜ ਦੇ ਵਿੱਚ ਜਦ ਆਪਾਂ ਨੇ ਕੋਈ ਵੀ ਇੱਕ ਪ੍ਰੋਗਰਾਮ ਤਿਆਰ ਕਰਨਾ ਹੈ ਤਾਂ ਉਹ ਪ੍ਰੋਗਰਾਮ ਨੂੰ ਆਪਾਂ ਨੇ ਛੋਟੇ ਛੋਟੇ ਫੰਕਸ਼ਨਾਂ ਦੇ ਵਿੱਚ ਬ੍ਰੇਕ ਡਾਊਨ ਕਰਨਾ। ਫੰਕਸ਼ਨ ਸਮਝ ਲਓ ਕਿ ਇੱਕ ਬਲੌਕ ਹੋ ਗਿਆ, ਤਾਂ ਪੂਰਾ ਦਾ ਪੂਰਾ ਪ੍ਰੋਗਰਾਮ ਜੇ 100 ਲਾਈਨਾਂ ਦਾ ਪ੍ਰੋਗਰਾਮ ਆ ਤਾਂ ਉਹਦੇ ਵਿੱਚ ਪੂਰਾ ਪ੍ਰੋਗਰਾਮ ਦਾ ਜਿਹੜਾ ਇੱਕ ਆਈਡੀਆ ਉਹਨੂੰ ਆਪਾਂ ਨੇ ਛੋਟੇ ਛੋਟੇ ਹਿੱਸਿਆਂ ਦੇ ਵਿੱਚ ਛੋਟੇ ਛੋਟੇ ਬਲੌਕ ਦੇ ਵਿੱਚ ਆਪਾਂ ਨੇ ਬ੍ਰੇਕ ਡਾਊਨ ਕਰ ਦੇਣਾ। ਆ ਜਿਹੜੇ ਛੋਟੇ ਛੋਟੇ ਬਲੌਕ ਹੋਏ ਇਹ ਬਣੇ ਹੋਏ ਫੰਕਸ਼ਨ, ਠੀਕ ਆ। ਤਾਂ ਆਹ ਜਿਹੜੀ ਫੀਚਰ ਆ ਇਹਨੂੰ ਆਪਾਂ ਕਹਿੰਦੇ ਪ੍ਰੋਸੀਜਰ ਓਰੀਐਂਟਡ ਲੈਂਗੁਏਜ ਆ। ਜਿਹੜੀ ਲੈਂਗੁਏਜ ਦੇ ਵਿੱਚ ਆਪਾਂ ਸਿਰਫ ਫੰਕਸ਼ਨ ਤਿਆਰ ਕਰਦੇ ਆ ਤਾਂ ਉਹਨੂੰ ਆਪਾਂ ਕਹਿੰਦੇ ਪ੍ਰੋਸੀਜਰ ਓਰੀਐਂਟਡ ਲੈਂਗੁਏਜ। ਪਹਿਲਾ ਫੰਕਸ਼ਨ ਜਿਹੜਾ ਹੈ ਫੋਰ ਐਗਜ਼ਾਮਪਲ ਕਿ ਉਹਨੇ ਜਾਂ ਤਾਂ ਉਹ ਇੱਕ ਜਿਵੇਂ ਹੁਣ ਇੱਕ ਪ੍ਰੋਗਰਾਮ ਦੇ ਵਿੱਚ ਆਪਾਂ 10 ਫੰਕਸ਼ਨ ਲਿਖਤੇ, ਠੀਕ ਆ। ਤਾਂ ਹੁਣ ਉਹ ਜਿਹੜੇ ਫੰਕਸ਼ਨ ਆ ਉਹ ਜਿਕਣਾ ਪਹਿਲਾ ਫੰਕਸ਼ਨ ਆ ਜਾਂ ਤਾਂ ਆਪਣੇ ਆਪ ਨੂੰ ਕਾਲ ਕਰੇਗਾ ਜਾਂ ਦੂਜੇ ਫੰਕਸ਼ਨ ਨੂੰ ਕਾਲ ਕਰੇਗਾ, ਦੂਜਾ ਫੰਕਸ਼ਨ ਆ ਉਹ ਤੀਜੇ ਨੂੰ ਕਾਲ ਕਰੇਗਾ, ਤੀਜਾ ਜਿਹੜਾ ਚੌਥੇ ਨੂੰ ਕਾਲ ਕਰੇਗਾ। ਤਾਂ ਇੱਦਾਂ ਦਾ ਫਲੋ ਹੁੰਦਾ ਹੈ ਪ੍ਰੋਸੀਜਰ ਓਰੀਐਂਟਡ ਲੈਂਗੁਏਜ ਦੇ ਵਿੱਚ। ਤੇ ਉਹਦੇ ਵਿੱਚ ਸਿਰਫ ਫੰਕਸ਼ਨ ਹੀ ਕ੍ਰੀਏਟ ਹੁੰਦੇ ਆ, ਉਹਦੇ 'ਚ ਕੋਈ ਆਬਜੈਕਟ ਕ੍ਰੀਏਟ ਨਹੀਂ ਹੁੰਦੀ ਹੈਗੀ। ਤੇ ਇਹ ਜਿਹੜੀ ਫੀਚਰ ਆ ਜਿਹੜੀ ਕਿ ਪੁਰਾਣੀਆਂ ਲੈਂਗੁਏਜ ਜਿਵੇਂ ਸੀ ਹੋ ਗਈ, ਪਾਸਕਲ ਹੋ ਗਈ, ਫੋਰਟਰਨ, ਇਹਨਾਂ ਦੇ ਵਿੱਚ ਮਿਲਦੀ ਆ, ਇਹਨੂੰ ਕਹਿੰਦੇ ਆ ਪ੍ਰੋਸੀਜਰ ਓਰੀਐਂਟਡ ਲੈਂਗੁਏਜ ਆ। ਪਾਈਥਨ ਦੇ ਵਿੱਚ ਆਪਾਂ ਆਬਜੈਕਟ ਓਰੀਐਂਟਡ ਨਾਲ ਵੀ ਆਪਾਂ ਪ੍ਰੋਗਰਾਮ ਤਿਆਰ ਕਰ ਸਕਦੇ ਹਾਂ, ਪ੍ਰੋਸੀਜਰ ਓਰੀਐਂਟਡ ਨਾਲ ਵੀ ਪ੍ਰੋਗਰਾਮ ਤਿਆਰ ਕਰ ਸਕਦੇ ਹਾਂ, ਠੀਕ ਆ। ਹੁਣ ਆਉਂਦੇ ਆ ਆਪਾਂ ਫੰਕਸ਼ਨਲ, ਇਹਨੂੰ ਫੰਕਸ਼ਨਲ ਪ੍ਰੋਗਰਾਮਿੰਗ ਲੈਂਗੁਏਜ ਕਾਹਤੇ ਕਹਿੰਦੇ ਆ? ਫੰਕਸ਼ਨਲ ਲੈਂਗੁਏਜ ਜਿੰਨੀਆਂ ਵੀ ਆਬਜੈਕਟ ਓਰੀਐਂਟਡ ਲੈਂਗੁਏਜ ਆ ਉਹਨਾਂ ਦੇ ਵਿੱਚ ਆ ਜੇ ਆਪਾਂ ਕੋਈ ਵੀ ਪ੍ਰੋਗਰਾਮ ਰਨ ਕਰਨਾ ਹੈ ਤਾਂ ਪਹਿਲਾਂ ਆਪਾਂ ਕਲਾਸ ਕ੍ਰੀਏਟ ਕਰਾਂਗੇ, ਫਿਰ ਆਬਜੈਕਟ ਕ੍ਰੀਏਟ ਕਰਾਂਗੇ, ਫਿਰ ਆਪਾਂ ਰਨ ਕਰਾਂਗੇ। ਆਪਾਂ ਸਿਰਫ ਜੇ ਫੰਕਸ਼ਨ ਲਿਖ ਦਈਏ ਤੇ ਟਰਾਈ ਕਰੀਏ ਰਨ ਕਰਨ ਦੀ ਤਾਂ ਉਹਨੇ ਰਨ ਕਦੇ ਨਹੀਂ ਹੋਣਾ ਹੈਗਾ। ਪਰ ਪਾਈਥਨ ਦੇ ਵਿੱਚ ਆਪਾਂ ਸਿਰਫ ਇੱਕ ਫੰਕਸ਼ਨ ਲਿਖ ਕੇ ਵੀ ਉਹਨੂੰ ਰਨ ਕਰ ਸਕਦੇ ਹਾਂ। ਫੋਰ ਐਗਜ਼ਾਮਪਲ ਆਪਾਂ ਨੇ ਆਹ ਐਗਜ਼ਾਮਪਲ ਦੇਖਿਆ ਤਾਂ ਹੈਲੋ ਵਰਲਡ ਦਾ, ਠੀਕ ਹੈ। ਇਹਦੇ ਵਿੱਚ ਪ੍ਰਿੰਟ ਜੇ ਆਪਾਂ ਹੈਲੋ ਲਿਖੀਏ ਤਾਂ ਆ ਜਿਹੜਾ ਪ੍ਰਿੰਟ ਹੈਲੋ ਆ ਤਾਂ ਆਪਾਂ ਪਹਿਲਾਂ ਵੀ ਦੇਖਿਆ ਪ੍ਰਿੰਟ ਹੈਲੋ। ਹੁਣ ਇਹਦੇ ਵਿੱਚ ਆਪਾਂ ਐਂਟਰ ਦਬੀਏ ਤਾਂ ਹੈਲੋ ਦਾ ਆਨਸਰ ਆ ਗਿਆ ਆਪਾਂ ਨੂੰ, ਹੈ ਨਾ, ਸਕਰੀਨ ਤੇ। ਹੁਣ ਜਿਹੜੀ ਪ੍ਰਿੰਟ ਆ ਇਹ ਇੱਕ ਫੰਕਸ਼ਨ ਆ, ਤਾਂ ਪਾਈਥਨ ਦੇ ਵਿੱਚ ਆਪਾਂ ਸਿਰਫ ਫੰਕਸ਼ਨ ਲਿਖ ਕੇ ਵੀ ਪ੍ਰੋਗਰਾਮ ਰਨ ਕਰ ਸਕਦੇ ਹਾਂ, ਜਿੱਥੇ ਕਿ ਜਿਹੜੀਆਂ ਦੂਜੀਆਂ ਆਬਜੈਕਟ ਓਰੀਐਂਟਡ ਲੈਂਗੁਏਜ ਆ ਉਹਦੇ 'ਚ ਆਪਾਂ ਇੱਦਾਂ ਨਹੀਂ ਕਰ ਸਕਦੇ, ਠੀਕ ਆ। ਕਿਉਂਕਿ ਆਪਾਂ ਇਹਦੇ 'ਚ ਸਿਰਫ ਫੰਕਸ਼ਨ ਲਿਖ ਕੇ ਪ੍ਰੋਗਰਾਮ ਰਨ ਕਰ ਸਕਦੇ ਹਾਂ। ਇਹਨੂੰ ਫੰਕਸ਼ਨ ਓਰੀਐਂਟਡ ਵੀ ਕਹਿੰਦੇ ਆ। ਹੁਣ ਦੇਖ ਲਈ ਮੋਡੂਲਰ ਕਾਹਤੇ ਕਹਿੰਦੇ ਆ? ਮੋਡੂਲਰ ਲੈਂਗੁਏਜ ਜਦ ਆਪਾਂ ਪਾਈਥਨ ਦੇ ਵਿੱਚ ਕੋਈ ਵੀ ਪ੍ਰੋਗਰਾਮ ਲਿਖਦੇ ਹਾਂ, ਪ੍ਰੋਗਰਾਮ ਲਿਖ ਕੇ ਜਦ ਆਪਾਂ ਉਹਨੂੰ ਸੇਵ ਕਰਦੇ ਹਾਂ ਤਾਂ ਉਹ ਫਾਈਲ ਦਾ ਜਿਹੜਾ ਐਕਸਟੈਂਸ਼ਨ ਆ .py ਹੁੰਦਾ, ਠੀਕ ਆ। ਫੋਰ ਐਗਜ਼ਾਮਪਲ ਜੇ ਮੇਰੀ ਫਾਈਲ ਦਾ ਨਾਮ ਹੈਗਾ, ਜੇ ਮੈਂ ਪ੍ਰੋਗਰਾਮ ਲਿਖਿਆ ਪਾਈਥਨ ਦੇ ਵਿੱਚ ਤੇ ਉਹਨੂੰ ਸੇਵ ਕੀਤਾ ਪ੍ਰੋਗਰਾਮ 1 ਫਾਈਲ ਦੇ ਵਿੱਚ, ਪ੍ਰੋਗਰਾਮ 1, ਤਾਂ ਉਹ .py ਐਕਸਟੈਂਸ਼ਨ ਦੇ ਨਾਲ ਸੇਵ ਹੁੰਦੀ ਆ, ਠੀਕ ਆ। ਆ ਜਿਹੜੀ .py ਫਾਈਲ ਆ ਇਹਨੂੰ ਆਪਾਂ ਕਹਿੰਦੇ ਆ ਮੋਡਿਊਲ, ਠੀਕ ਆ। ਹੁਣ ਮੋਡਿਊਲ ਇੱਕ ਕੰਟੇਨਰ ਵਾਂਗ ਆ ਜਿਹਦੇ ਵਿੱਚ ਜਿਹੜਾ ਕਿ ਆਪਾਂ .py ਫਾਈਲ 9 ਦੇ ਨਾਲ ਐਕਸਟੈਂਸ਼ਨ ਨਾਲ ਸੇਵ ਕਰਦੇ ਹਾਂ ਤੇ ਇਹਦੇ ਵਿੱਚ ਅਲੱਗ-ਅਲੱਗ ਫੰਕਸ਼ਨ ਆਪਾਂ ਲਿਖ ਕੇ ਇਹਦੇ ਵਿੱਚ ਸੇਵ ਕਰਦੇ ਹਾਂ ਮੋਡਿਊਲ ਦੇ ਵਿੱਚ। ਤਾਂ ਮੋਡਿਊਲ ਦਾ ਕੀ ਪਰਪਸ ਆ, ਲਾਈਕ ਕੀ ਆ ਇਹ? ਹੁਣ ਜੇ ਤਾਂ ਫੋਰ ਐਗਜ਼ਾਮਪਲ ਆਪਾਂ ਜਿਓਮੈਟ੍ਰੀਕਲ ਫੰਕਸ਼ਨ ਤੇ ਪ੍ਰੋਗਰਾਮਿੰਗ ਕਰ ਰਹੇ ਹਾਂ, ਠੀਕ, ਕਿਸੇ ਵੀ ਇੱਕ ਜਿਓਮੈਟ੍ਰੀਕਲ ਫੰਕਸ਼ਨ ਤੇ, ਤਾਂ ਉਹ ਜਿਓਮੈਟ੍ਰੀਕਲ ਫੰਕਸ਼ਨ ਦੇ ਆਪਾਂ 9 ਕ 10 ਫੋਰ ਐਗਜ਼ਾਮਪਲ ਆਪਾਂ ਨੇ ਫੰਕਸ਼ਨ ਤਿਆਰ ਕਰ ਲਏ, ਕਰਕੇ ਆਪਾਂ ਨੇ ਇੱਕ ਮੋਡਿਊਲ ਦੇ ਵਿੱਚ ਸੇਵ ਕਰਤੇ ਤੇ ਉਹਦਾ ਨਾਂ ਦੇਤਾ ਜਿਓਮੈਟ੍ਰੀਕਲ 1.py, ਠੀਕ ਆ। ਹੁਣ ਜਿਓਮੈਟ੍ਰੀਕਲ ਫੰਕਸ਼ਨ ਜਿਹੜੇ ਸਾਰੇ ਤਿਆਰ ਆ ਮੋਡਿਊਲ 1 ਦੇ ਵਿੱਚ ਪਾਇਆ। ਹੁਣ ਜਦ ਵੀ ਆਪਾਂ ਕੋਈ ਵੀ ਪ੍ਰੋਗਰਾਮ ਲਿਖਣਾ ਹੈ ਜਿਓਮੈਟ੍ਰੀਕਲ ਫੰਕਸ਼ਨ ਨਾਲ ਰਿਲੇਟਡ ਆ ਤਾਂ ਆਪਾਂ ਨੂੰ ਕੋਈ ਵੀ ਫੰਕਸ਼ਨ ਦੁਬਾਰਾ ਸਕ੍ਰੈਚ ਤੋਂ ਸਟਾਰਟ ਨਹੀਂ ਕਰਨੇ ਪੈਣੇ। ਆਪਾਂ ਨੇ ਜਿਓਮੈਟ੍ਰੀਕਲ 1 ਜਿਹੜਾ ਮੋਡਿਊਲ ਆਪਣਾ ਤਿਆਰ ਹੋਇਆ ਉਹਨੂੰ ਇੰਪੋਰਟ ਕਰਕੇ ਉਹਦੇ ਵਿੱਚ ਜਿੰਨੇ ਵੀ ਫੰਕਸ਼ਨ ਆਪਾਂ ਨੇ ਲਿਖੇ ਆ ਉਹਨੂੰ ਆਪਾਂ ਯੂਜ਼ ਕਰ ਸਕਦੇ ਹਾਂ, ਠੀਕ ਆ। ਤਾਂ ਆਪਾਂ ਵੀ ਯੂਜ਼ ਕਰ ਸਕਦੇ ਹਾਂ, ਕੋਈ ਹੋਰ ਵੀ ਉਹਨੂੰ ਫਿਊਚਰ ਦੇ ਵਿੱਚ ਯੂਜ਼ ਕਰ ਸਕਦਾ। ਕਹਿਣ ਦਾ ਮਤਲਬ ਕਿ ਫੰਕਸ਼ਨ ਨੂੰ ਆਪਾਂ ਦੁਬਾਰਾ ਸਕ੍ਰੈਚ ਤੋਂ ਨਹੀਂ ਲਿਖਣਾ, ਫੰਕਸ਼ਨ ਆਲਰੇਡੀ ਤਿਆਰ ਆ ਤੇ ਫੰਕਸ਼ਨ ਤਿਆਰ ਕਰਕੇ ਆਪਾਂ ਮੋਡਿਊਲ ਦੇ ਵਿੱਚ ਉਹਨੂੰ ਸੇਵ ਕਰਦੇ ਹਾਂ ਵਿਦ .py ਐਕਸਟੈਂਸ਼ਨ। ਜਿਹੜੀ ਫਾਈਲ ਹੋਊਗੀ ਉਹਦਾ ਐਕਸਟੈਂਸ਼ਨ ਹੋਊਗਾ .py। ਆਹ ਫੀਚਰ ਨੂੰ ਕਹਿੰਦੇ ਆ ਮੋਡੂਲਰ ਫੀਚਰ, ਠੀਕ ਆ। ਹੁਣ ਆਪਾਂ ਦੇਖੀਏ ਸਕ੍ਰਿਪਟਿੰਗ ਲੈਂਗੁਏਜ ਕਾਹਤੇ ਕਹਿੰਦੇ ਆ। ਪਰਲ ਤੇ ਸ਼ੈਲ ਜਿਹੜੀ ਆ ਇਹ ਸਕ੍ਰਿਪਟਿੰਗ ਲੈਂਗੁਏਜ ਆ। ਪਰਲ ਹੋ ਗਈ, ਸ਼ੈਲ ਹੋ ਗਈ, ਇਹ ਸਕ੍ਰਿਪਟਿੰਗ ਲੈਂਗੁਏਜ ਆ। ਪਾਈਥਨ ਵੀ ਸਕ੍ਰਿਪਟਿੰਗ ਲੈਂਗੁਏਜ ਆ। ਸਕ੍ਰਿਪਟਿੰਗ ਦਾ ਮਤਲਬ ਕੀ ਆ? ਪਰਲ ਤੇ ਸ਼ੈਲ ਜਿਹੜੀ ਆ ਸਕ੍ਰਿਪਟਿੰਗ ਲੈਂਗੁਏਜ ਆ, ਠੀਕ ਆ। ਪਾਈਥਨ ਵੀ ਸਕ੍ਰਿਪਟਿੰਗ ਲੈਂਗੁਏਜ ਆ। ਮਤਲਬ ਆਪਾਂ ਕਮਾਂਡ ਲਾਈਨ ਤੇ ਕੋਈ ਇੱਕ ਕਮਾਂਡ ਆਪਾਂ ਰਨ ਜੇ ਕਰੀਏ ਤਾਂ ਉਹ ਸਕ੍ਰਿਪਟਿੰਗ ਲੈਂਗੁਏਜ ਦੇ ਵਿੱਚ ਆਉਂਦਾ। ਸਕ੍ਰਿਪਟਿੰਗ ਲੈਂਗੁਏਜ ਦੇ ਵਿੱਚ ਆਪਾਂ ਕੋਈ ਵੀ ਕਮਾਂਡ ਇੱਕ ਕਮਾਂਡ ਲਾਈਨ ਤੇ ਰਨ ਕਰਦੇ ਹਾਂ ਤੇ ਐਗਜ਼ੀਕਿਊਟ ਕਰਦੇ ਹਾਂ, ਠੀਕ ਆ। ਜਾਂ ਫਿਰ ਆਪਾਂ ਇੱਕ ਫਾਈਲ ਦੇ ਵਿੱਚ 7-8 ਕਮਾਂਡ ਸੇਵ ਕਰਕੇ ਉਹਨੂੰ ਫਿਰ ਐਗਜ਼ੀਕਿਊਟ ਕਰਦੇ ਕਮਾਂਡ ਲਾਈਨ ਤੇ। ਪਾਈਥਨ ਦੇ ਵਿੱਚ ਵੀ ਆਪਾਂ ਇੱਦਾਂ ਕਰ ਸਕਦੇ ਹਾਂ, ਤਾਂ ਹੀ ਇਹਨੂੰ ਕਹਿੰਦੇ ਸਕ੍ਰਿਪਟਿੰਗ ਲੈਂਗੁਏਜ। ਫੋਰ ਐਗਜ਼ਾਮਪਲ ਆਪਾਂ ਨੇ ਆਲਰੇਡੀ ਆਹ ਦੇਖਿਆ ਹੈ, ਆਹ ਹੋ ਗਿਆ ਪਾਈਥਨ ਸ਼ੈਲ।
ਹੁਣ ਪਾਈਥਨ ਸ਼ੈਲ ਦੇ ਵਿੱਚ ਆਪਾਂ ਉਰੇ ਕੁਝ ਵੀ ਆਪਾਂ ਰਨ ਕਰ ਸਕਦੇ ਹਾਂ ਕਮਾਂਡ ਲਾਈਨ ਤੇ, ਜਿਵੇਂ ਪ੍ਰਿੰਟ ਕਰ ਲਈਏ, ਠੀਕ ਆ, ਪ੍ਰਿੰਟ ਐਗਜ਼ੀਕਿਊਟ ਹੋ ਗਿਆ। ਇਸ ਕਰਕੇ ਇਹਨੂੰ ਕਹਿੰਦੇ ਸਕ੍ਰਿਪਟਿੰਗ ਲੈਂਗੁਏਜ। ਜਾਂ ਫਿਰ ਆਪਾਂ ਕੋਈ ਐਕਸਪ੍ਰੈਸ਼ਨ ਵੀ ਉਰੇ ਲਿਖ ਸਕਦੇ ਹਾਂ 2 + 3 + 4, ਠੀਕ ਆ, ਇਹਦਾ ਆਂਸਰ ਆ ਗਿਆ। ਇਸ ਕਰਕੇ ਆਪਾਂ ਇਹਨੂੰ ਕਹਿੰਦੇ ਆ ਸਕ੍ਰਿਪਟਿੰਗ ਲੈਂਗੁਏਜ, ਠੀਕ ਆ। ਹੁਣ ਇਹਦਾ 7ਵਾਂ ਫੀਚਰ ਦੇਖ ਲਈ ਆਪਾਂ, ਇੰਟਰਪ੍ਰੇਟਰ ਲੈਂਗੁਏਜ। ਇਹ ਵੀ ਆਪਾਂ ਦੇਖਿਆ ਤਾਂ ਪਹਿਲਾਂ ਡੈਫੀਨੇਸ਼ਨ ਦੇ ਵਿੱਚ ਕਿ ਜਦ ਵੀ ਆਪਾਂ ਕੋਈ ਵੀ ਕੋਡ ਲਿਖਣਾ ਕਿਸੇ ਵੀ ਕੰਪਿਊਟਰ ਲੈਂਗੁਏਜ ਦੇ ਵਿੱਚ, ਉਹਨੂੰ ਕਹਿੰਦੇ ਆ ਸੋਰਸ ਕੋਡ। ਸੋਰਸ ਕੋਡ ਇੰਗਲਿਸ਼ ਟਾਈਪ। ਇਹ ਸੋਰਸ ਕੋਡ ਜਿਹੜਾ ਇੰਗਲਿਸ਼ ਵਰਗਾ ਹੁੰਦਾ ਇੱਕਦਮ, ਤੇ ਉਹਨੂੰ ਆਪਾਂ ਸਮਝ ਸਕਦੇ ਹਾਂ, ਕੰਪਿਊਟਰ ਨਹੀਂ ਸਮਝ ਸਕਦਾ। ਕੰਪਿਊਟਰ ਨੂੰ ਸਮਝਾਉਣ ਵਾਸਤੇ ਉਹ ਜਿਹੜਾ ਸੋਰਸ ਕੋਡ ਆ ਉਹਨੂੰ ਕਨਵਰਟ ਆਪਾਂ ਕਰਾਂਗੇ ਮਸ਼ੀਨ ਲੈਂਗੁਏਜ ਦੇ ਵਿੱਚ, ਠੀਕ ਆ। ਸੋਰਸ ਕੋਡ ਤੋਂ ਕਨਵਰਟ ਮਸ਼ੀਨ ਲੈਂਗੁਏਜ ਦੇ ਵਿੱਚ ਕਰਨ ਵਾਸਤੇ ਆਪਾਂ ਨੂੰ ਇੱਕ ਸੌਫਟਵੇਅਰ ਯੂਜ਼ ਕਰਨਾ ਪੈਂਦਾ, ਉਹਨੂੰ ਕਹਿੰਦੇ ਆ ਇੰਟਰਪ੍ਰੇਟਰ। ਇੰਟਰਪ੍ਰੇਟਰ, ਕਿਉਂਕਿ ਪਾਈਥਨ ਇੰਟਰਪ੍ਰੇਟਰ ਸੌਫਟਵੇਅਰ ਯੂਜ਼ ਕਰਦਾ, ਤਾਂ ਹੀ ਪਾਈਥਨ ਨੂੰ ਕਹਿੰਦੇ ਆ ਇੰਟਰਪ੍ਰੇਟਰ ਲੈਂਗੁਏਜ। ਹੋਰ ਕਿਹੜੀ ਲੈਂਗੁਏਜ ਯੂਜ਼ ਕਰਦੀ ਹੈ ਇੰਟਰਪ੍ਰੇਟਰ? ਜਾਵਾਸਕ੍ਰਿਪਟ, ਰੂਬੀ ਤੇ ਪਾਈਥਨ, ਠੀਕ ਆ। ਇਸ ਕਰਕੇ ਪਾਈਥਨ ਨੂੰ ਕਹਿੰਦੇ ਆ ਇੰਟਰਪ੍ਰੇਟਰ ਲੈਂਗੁਏਜ। 8ਵਾਂ ਪੁਆਇੰਟ, ਪਾਈਥਨ ਦੇ ਕੋਡ ਦੇ ਵਿੱਚ ਆਪਾਂ ਕਿਸੇ ਹੋਰ ਲੈਂਗੁਏਜ ਦਾ ਕੋਡ ਵੀ ਵਰਤ ਸਕਦੇ ਹਾਂ, ਇਸ ਲਈ ਇਹਨੂੰ ਕਹਿੰਦੇ ਐਮਬੈਡਡ ਸਪੋਰਟ ਅਦਰ ਲੈਂਗੁਏਜ। ਫੋਰ ਐਗਜ਼ਾਮਪਲ, ਜੇ ਆਪਾਂ ਨੇ ਪਾਈਥਨ ਦੇ ਵਿੱਚ ਇੱਕ ਪ੍ਰੋਗਰਾਮ ਤਿਆਰ ਕੀਤਾ ਵਾ, ਉਹਦੇ ਵਿੱਚ ਆਪਾਂ C ਲੈਂਗੁਏਜ ਦਾ ਕੋਈ ਵੀ ਕੋਡ ਪਾ ਸਕਦੇ ਹਾਂ, C++ ਦਾ ਵੀ ਪਾ ਸਕਦੇ ਹਾਂ, ਜਾਵਾ ਦਾ ਵੀ ਪਾ ਸਕਦੇ ਹਾਂ, ਠੀਕ ਆ। ਇਸ ਫੀਚਰ ਨੂੰ ਕਹਿੰਦੇ ਆ ਐਮਬੈਡਡ ਜਾਂ ਇਟ ਸਪੋਰਟ ਅਦਰ ਲੈਂਗੁਏਜ। ਹੁਣ ਇਹ ਆਪਾਂ ਕਾਹਤੇ ਕਰਾਂਗੇ? ਪਾਈਥਨ ਥੋੜੀ ਜਿਹੀ ਸਲੋ ਆ ਕੰਪੇਅਰ ਟੂ ਅਦਰ ਲੈਂਗੁਏਜਸ, ਤਾਂ ਹੀ ਪਾਈਥਨ ਦੇ ਵਿੱਚ ਜਿਹੜਾ ਤਾਂ ਪਾਰਟ ਬਹੁਤ ਸੈਂਸਿਟਿਵ ਆ, ਜਿੱਥੇ ਆਪਾਂ ਨੂੰ ਸਪੀਡ ਦੀ ਬਹੁਤ ਜ਼ਿਆਦਾ ਲੋੜ ਆ, ਉਹ ਪਾਰਟ ਆਪਾਂ ਰਿਪਲੇਸ ਕਰ ਸਕਦੇ ਹਾਂ C ਲੈਂਗੁਏਜ ਦੇ ਨਾਲ, ਤੇ ਇਹਦੇ ਨਾਲ ਆਪਾਂ ਸਪੀਡ ਜਿਹੜੀ ਹੈ ਵਧਾ ਸਕਦੇ ਹਾਂ ਪਾਈਥਨ ਦੀ, ਠੀਕ ਆ। ਤਾਂ ਇਹ ਹੋ ਗਈ ਐਮਬੈਡਡ, ਔਰ ਆਪਾਂ ਕਹਿ ਸਕਦੇ ਹਾਂ ਸਪੋਰਟ ਅਦਰ ਲੈਂਗੁਏਜ। ਆ ਜਿਹੜਾ ਫੀਚਰ ਆ 9ਵੇਂ ਤੇ ਆ ਜਾਈਏ। 9ਵਾਂ ਹੋ ਗਿਆ ਐਕਸਟੈਂਸੀਬਲ ਲੈਂਗੁਏਜ ਆ। ਹੁਣ ਐਕਸਟੈਂਸੀਬਲ ਜਿਹੜੀ ਹੋ ਗਈ ਐਮਬੈਡਡ ਦਾ ਜਸਟ ਆਪੋਜ਼ਿਟ ਆ, ਮਤਲਬ ਕਿ ਆਪਾਂ C ਲੈਂਗੁਏਜ ਜਾਂ C++ ਜਾਵਾ ਕਿਸੇ ਹੋਰ ਲੈਂਗੁਏਜ ਦੇ ਵਿੱਚ ਪਾਈਥਨ ਦਾ ਕੋਡ ਇਨਕਲੂਡ ਕਰ ਸਕਦੇ ਹਾਂ, ਠੀਕ ਆ। ਇਸ ਫੀਚਰ ਕਰਕੇ ਇਹ ਹੋ ਗਿਆ ਐਕਸਟੈਂਸੀਬਲ ਲੈਂਗੁਏਜ ਆ। 10ਵਾਂ ਆ ਜਾਈਏ। ਲਾਰਜ ਸਟੈਂਡਰਡ ਲਾਇਬ੍ਰੇਰੀ, ਠੀਕ ਆ। ਪਾਈਥਨ ਦੀ ਜਿਹੜੀ ਲਾਇਬ੍ਰੇਰੀ ਬਹੁਤ ਲਾਰਜ ਆ, ਤੇ ਇਟ ਕਮਸ ਵਿਦ ਅ ਰਿਚ ਸੈਟ ਆਫ ਮੋਡਿਊਲਸ ਆ। ਇਹਦੀ ਜਿਹੜੀ ਲਾਇਬ੍ਰੇਰੀ ਬੜੀ ਰਿਚ ਆ, ਬਹੁਤ ਲਾਰਜ ਆ, ਤੇ ਉਹਦੇ ਵਿੱਚ ਬਹੁਤ ਸਾਰੇ ਮੋਡਿਊਲ ਆਉਂਦੇ ਆ, ਠੀਕ ਆ। ਇਹ ਜਿਹੜੇ ਮੋਡਿਊਲ ਆ, ਇਹ ਆਪਾਂ ਯੂਜ਼ ਕਰਕੇ ਅਲੱਗ-ਅਲੱਗ ਪ੍ਰੋਗਰਾਮਿੰਗ ਕਰ ਸਕਦੇ ਹਾਂ। ਫੋਰ ਐਗਜ਼ਾਮਪਲ, ਜੇ ਆਪਾਂ ਨੇ ਪ੍ਰੋਗਰਾਮਿੰਗ ਕਰਨੀ ਆ ਰੈਗੂਲਰ ਐਕਸਪ੍ਰੈਸ਼ਨ ਦੀ, ਠੀਕ ਆ, ਤਾਂ ਉਹਦੇ ਲਈ ਅਲੱਗ ਮੋਡਿਊਲ ਬਣਿਆ ਵਾ। ਆਪਾਂ ਨੂੰ ਉਹਦੇ ਵਿੱਚ ਜਿਹੜੇ ਫੰਕਸ਼ਨ ਯੂਜ਼ ਕਰਨੇ, ਆਪਾਂ ਨੂੰ ਦੁਬਾਰਾ ਲਿਖਣ ਦੀ ਲੋੜ ਨਹੀਂ, ਉਹ ਜਿਹੜੇ ਫੰਕਸ਼ਨ ਤਿਆਰ ਹੋਏ ਪਿਆ ਆਪਾਂ ਨੇ ਉਹੀ ਯੂਜ਼ ਕਰਨੇ ਆ, ਤੇ ਇਹਦੇ ਨਾਲ ਜਿਹੜਾ ਆਪਣੀ ਜਿਹੜੀ ਕੋਡਿੰਗ ਆ ਉਹ ਥੋੜੀ ਸੌਖੀ ਹੋ ਜਾਣੀ, ਠੀਕ ਆ। ਤਾਂ ਜਿਵੇਂ ਰੈਗੂਲਰ ਐਕਸਪ੍ਰੈਸ਼ਨ ਹੋ ਗਿਆ, ਇਹਦਾ ਅਲੱਗ ਮੋਡਿਊਲ ਆ, ਠੀਕ ਆ। ਡਾਕੂਮੈਂਟ ਜਨਰੇਸ਼ਨ, ਇਹਦਾ ਅਲੱਗ ਮੋਡਿਊਲ ਆ। ਯੂਨਿਟ ਟੈਸਟਿੰਗ, ਗ੍ਰਾਫਿਕਲ ਯੂਜ਼ਰ ਇੰਟਰਫੇਸ ਐਪਲੀਕੇਸ਼ਨ, ਉਹਦਾ ਅਲੱਗ ਮੋਡਿਊਲ ਆ। ਥ੍ਰੈਡਿੰਗ, ਇਹਦਾ ਅਲੱਗ ਆ ਜੀ। ਡੇਟਾਬੇਸ, ਈਮੇਲ ਹੋ ਗਈ, ਜਾਂ ਫਿਰ ਇਮੇਜ ਮੈਨੀਪੂਲੇਸ਼ਨਸ ਐਕਸੈਟਰਾ, ਠੀਕ ਆ। ਆਹੋ, ਇਹਨਾਂ ਤੋਂ ਇਲਾਵਾ ਹੋਰ ਵੀ ਬਹੁਤ ਸਾਰੀ ਇਹੋ ਜਿਹੀ ਜਗ੍ਹਾ ਜਿੱਥੇ ਆਪਾਂ ਅਲੱਗ-ਅਲੱਗ ਮੋਡਲ ਵਰਤ ਸਕਦੇ ਹਾਂ। ਤਾਂ ਜਿਹੜੀ ਪਾਈਥਨ ਆ, ਇਹਦੀ ਲਾਇਬ੍ਰੇਰੀ ਬਹੁਤ ਰਿਚ ਆ, ਤੇ ਉਹਦੇ ਵਿੱਚ ਇਟ ਹੈਜ਼ ਅ ਰਿਚ ਸੈਟ ਆਫ ਮੋਡਿਊਲਸ ਆ। ਤਾਂ ਮੋਡਿਊਲ ਜਿਹੜੇ ਆ ਆਪਣੀ ਲੈਂਗੁਏਜ ਜਿਹੜਾ ਆਪਾਂ ਬਣਾਉਂਦੇ ਆ ਕਿਸੇ ਵੀ ਇੱਕ ਅਲੱਗ-ਅਲੱਗ ਡੋਮੇਨ ਦੇ ਵਿੱਚ, ਤਾਂ ਉਹ ਜਿਹੜੀ ਪ੍ਰੋਗਰਾਮਿੰਗ ਆ ਉਹ ਲਿਖਣ ਦੇ ਵਿੱਚ ਆਪਣੀ ਹੈਲਪ ਕਰਦਾ, ਕਿਉਂਕਿ ਫੰਕਸ਼ਨ ਜਿਹੜੇ ਆਪਾਂ ਨੂੰ ਦੁਬਾਰਾ ਲਿਖਣ ਦੀ ਲੋੜ ਹੈ ਨਹੀਂ, ਠੀਕ ਆ। ਹੁਣ ਆਪਾਂ ਜਿਹੜੀਆਂ ਮਸ਼ਹੂਰ ਪਾਈਥਨ ਦੀਆਂ ਲਾਇਬ੍ਰੇਰੀਆਂ ਉਹ ਵੀ ਚੈੱਕ ਕਰ ਲਈਏ ਵੀ ਕਿਹੜੀਆਂ ਲਾਇਬ੍ਰੇਰੀਆਂ ਅਵੇਲੇਬਲ ਆ, ਠੀਕ ਆ। ਇੱਕ ਤਾਂ ਹੋ ਗਈ ਟੈਂਸਰਫਲੋ, ਟੈਂਸਰਫਲੋ ਆ ਜਿਹੜੀ, ਇਹ ਲਾਇਬ੍ਰੇਰੀ ਆਪਾਂ ਯੂਜ਼ ਕਰਦੇ ਹਾਂ
आर्टिफिशियल इंटैलीजेंस बेस्ड प्रोजेक्ट वास्ते Django, Django ਜਿਹੜੀ ਆ ਲਾਇਬ੍ਰੇਰੀ ਇਹ ਯੂਜ਼ ਕਰਦੇ ਇਹ ਓਪਨ ਸੋਰਸ ਫਰੇਮਵਰਕ ਆ ਜੇ ਵੈਬ ਡਿਵੈਲਪਮੈਂਟ ਆਪਾਂ ਕਰਦੇ ਆ ਤਾਂ ਆਪਾਂ ਤੇ Django ਯੂਜ਼ ਕਰਦੇ ਆ ਫਲੈਸਕ ਜਿਹੜੀ ਆ ਇਹ ਵੀ ਓਪਨ ਸੋਰਸ ਆ ਤੇ ਇਹ ਵੀ ਵੈਬ ਡਿਵੈਲਪਮੈਂਟ ਵਾਸਤੇ ਯੂਜ਼ ਕਰਦੇ ਆ ਪਰ ਇਹ ਲਾਈਟ ਵੇਟ ਵੈਬ ਐਪਲੀਕੇਸ਼ਨ ਵਾਸਤੇ ਯੂਜ਼ ਕਰਦੇ ਆ ਓਪਨ ਸੋਰਸ ਆ ਫਰੇਮਵਰਕ पांडाज यूज करते हैं साइंटिफिक ऑपरेशन ते कैराज जी ये करते न्यूरल नैटवर्क वास्ते ठीक है तो आह जड़ियाँ आ फेमस पाइथन दी लाइब्रेरी ये अलावा होर भी बहुत ज़्यादा पर आह पॉपुलर है ठीक है ये बाद आप आते हैं 11वें पॉइंट ते GUI होगी ग्राफिकल यूजर इंटरफेस प्रोग्रामिंग ठीक है ग्राफिकल यूजर इंटरफेस प्रोग्रामिंग हुण अज दी डेट दे जिन्ना भी आपां देखदे हां हुण अपना कंप्यूटर आ या फोन आ सारा कुछ ग्राफिकल यूजर इंटरफेस आ पुराना हुंदा सीगा डॉस बेस्ड हुण डॉस बेस्ड सिस्टम ते काम नहीं हुंदा हैगा ठीक है तां ਜਿਹੜੀ ਪਾਈਥਨ ਲੈਂਗੁਏਜ ਹੈ ਇਹਦੇ ਵਿੱਚ ਆਲਰੇਡੀ ਇਹ ਜਿਹੇ ਮੋਡਿਊਲ ਹੈਗੇ ਆ ਜਿਹੜੇ ਯੂਜ਼ ਕਰਕੇ ਆਪਾਂ ਕੋਈ ਵੀ ਗ੍ਰਾਫਿਕਲ ਯੂਜ਼ਰ ਇੰਟਰਫੇਸ ਐਪਲੀਕੇਸ਼ਨ ਤਿਆਰ ਕਰ ਸਕਦੇ ਆ ਠੀਕ ਆ ਤਾਂ ਅਲੱਗ-ਅਲੱਗ ਮੋਡਿਊਲ ਜਿਹੜੇ ਅਵੇਲੇਬਲ ਆ ਜਿਨ੍ਹਾਂ ਨਾਲ ਆਪਾਂ GUI ਐਪਲੀਕੇਸ਼ਨ ਤਿਆਰ ਕਰਦੇ ਆ ਉਹ ਹੋ ਗਏ PY Qt5 PY Qt4 WX Python tkinter JPython एक्सेट्रा तो आह जो फेमस आ मॉड्यूल आ जो यूज करके आप GUI एप्लीकेशन तैयार कर सकते हैं 12वें आ जाइए हम 12वें पॉइंट ते डेटाबेस कनेक्टिविटी क्योंकि पाइथन जी बहुत ही मशहूर बैक एंड लैंग्वेज आ तो बैक एंड जी लैंग्वेज आ ਉਹਦੇ ਲਈ ਬਹੁਤ ਜ਼ਰੂਰੀ ਆ ਕਿ ਉਹ ਡੇਟਾਬੇਸ ਨਾਲ ਇੰਟਰੈਕਟ ਕਰੇ ਤੇ ਜਿੰਨੇ ਵੀ ਆਪਰੇਸ਼ਨ ਆਪਾਂ ਡੇਟਾਬੇਸ 'ਚ ਕਰਦੇ ਆ ਉਹ ਆਪਾਂ ਕਰ ਸਕੀਏ ਠੀਕ ਆ ਤਾਂ ਪਾਈਥਨ ਦੇ ਵਿੱਚ ਆਲਰੇਡੀ ਇਹ ਜਿਹੇ ਮੋਡਿਊਲ ਅਵੇਲੇਬਲ ਆ ਜਿਹਦੇ ਨਾਲ ਆਪਾਂ ਅੱਜ ਦੀ ਡੇਟ ਦੇ ਵਿੱਚ ਜਿੰਨਾ ਵੀ ਕਮਰਸ਼ੀਅਲ ਡੇਟਾਬੇਸ ਆ ਹਰ ਇੱਕ ਡੇਟਾਬੇਸ ਨਾਲ ਆਪਾਂ ਕਨੈਕਟ ਕਰ ਸਕਦੇ ਆ ਇੰਟਰਫੇਸ ਕਰ ਸਕਦੇ ਆ ਤੇ ਜਿੰਨੇ ਵੀ ਆਪਰੇਸ਼ਨ ਆ ਉਹ ਸਾਰੇ ਆਪਾਂ ਰਨ ਕਰ ਸਕਦੇ ਆ ਠੀਕ ਆ ਤਾਂ ਡੇਟਾਬੇਸ ਕਨੈਕਟੀਵਿਟੀ ਤਾਂ ਇਹਦੇ ਨਾਲ ਆਪਣਾ ਜਿਹੜੇ ਫੀਚਰਸ ਆ ਪਾਈਥਨ ਦੇ ਉਹ ਉਰੇ ਹੁੰਦੇ ਖਤਮ ठीक है अगला टॉपिक आप देख लीए कंपाइलर एंड इंटरप्रेटर कंपाइलर ते इंटरप्रेटर की है ठीक है हुण जब आप कोई भी एक एप्लीकेशन लिखते हैं किसी भी लैंग्वेज के उन्होंने कहते हैं आप सोर्स कोड ठीक है ਇਹ ਜਿਹੜਾ ਸੋਰਸ ਕੋਡ ਆ ਇਹਨੂੰ ਕੰਪਿਊਟਰ ਨੂੰ ਇਹ ਸਮਝ ਨਹੀਂ ਆਉਂਦੀ ਸੋਰਸ ਕੋਡ ਕੀ ਆ ਠੀਕ ਆ ਤਾਂ ਸੋਰਸ ਕੋਡ ਨੂੰ ਕਨਵਰਟ ਕਰਨਾ ਪੈਂਦਾ ਮਸ਼ੀਨ ਲੈਂਗੁਏਜ ਦੇ ਵਿੱਚ ਤਾਂ ਇਹਦੇ ਲਈ ਦੋ ਸੌਫਟਵੇਅਰ ਆ ਜਿਹੜੇ ਇਹ ਕੰਮ ਕਰਦੇ ਇੱਕ ਤਾਂ ਹੋ ਗਿਆ ਕੰਪਾਈਲਰ ਤੇ ਇੱਕ ਹੋ ਗਿਆ ਇੰਟਰਪ੍ਰੀਟਰ ਇਹ ਦੋਹੇ ਹੀ ਸੋਰਸ ਕੋਡ ਨੂੰ ਮਸ਼ੀਨ ਲੈਂਗੁਏਜ ਦੇ ਵਿੱਚ ਕਨਵਰਟ ਕਰਦੇ ਆ ਪਰ ਇਹ ਦੋਨਾਂ ਦੀ ਜਿਹੜੀ ਫੰਕਸ਼ਨੈਲਿਟੀ ਉਹਦੇ ਥੋੜਾ ਜਿਹਾ ਫਰਕ ਆ ਠੀਕ ਆ ਕੰਪਾਈਲਰ ਦੇ ਵਿੱਚ ਫੋਰ ਐਗਜ਼ਾਮਪਲ ਜੇ ਆਪਣੇ ਕੋਲ 10 ਲਾਈਨਾਂ ਹੈ ਆਪਣੇ ਪ੍ਰੋਗਰਾਮ ਦੇ ਵਿੱਚ तो 10 ਦੀਆਂ 10 लाइना कंपाइलर ने पहला कंपाइल करनी ठीक है हम 10 लाइना कंपाइल हो गया हम 10 लाइना चक के उन्हें एग्जीक्यूट करना रन करना है एक बार च ठीक है तो इदा करता कंपाइलर काम हम जो देखिए आप इंटरप्रेटर ने की करना कि जे प्रोग्राम दी 10 लाइना है तो उन्हें एक लाइन पहला इंटरप्रेट करना फिर एग्जीक्यूट करना फिर दूजी लाइन ते जाएगा फिर उन्होंने इंटरप्रेट करेगा फिर एग्जीक्यूट करेगा फिर तीजी ते फिर चौथी ते ਐਵੇਂ ਕਰਕੇ 10ਵੀਂ ਲਾਈਨ ਤੱਕ ਠੀਕ ਆ ਤਾਂ ਕੰਪਾਈਲਰ ਨੇ ਸਾਰੀਆਂ ਲਾਈਨਾਂ ਪਹਿਲਾਂ ਕੰਪਾਈਲ ਕਰਕੇ ਇੱਕ ਵਾਰ 'ਚ ਉਹਨੂੰ ਰਨ ਕਰਨਾ ਹੈ
इंटरप्रेटर ने हर एक लाइन ਨੂੰ ਕੱਲੀ ਕੱਲੀ ਨੂੰ ਪਹਿਲਾਂ ਇੰਟਰਪ੍ਰੀਟ ਕਰਨਾ ਫਿਰ ਉਹਨੂੰ ਰਨ ਕਰਨਾ ਠੀਕ ਆ ਤਾਂ ਇਹ ਬਹੁਤ ਇੰਪੋਰਟੈਂਟ ਜਿਹੜੀ ਇਹਨਾਂ ਦੇ ਵਿੱਚ ਡਿਫਰੈਂਸ ਆ ਕੰਪਾਈਲਰ ਤੇ ਇੰਟਰਪ੍ਰੀਟਰ ਦੇ ਵਿੱਚ ਤਾਂ ਕੰਪਾਈਲਰ ਆਪਾਂ ਕਿੱਥੇ ਵਰਤਦੇ ਆ ਜਾਵਾ C++ ਇਹ ਹੋ ਗਏ ਕੰਪਾਈਲਰ ਲੈਂਗੁਏਜ ਆ ਇਹਦੇ 'ਚ ਆਪਾਂ ਕੰਪਾਈਲਰ ਵਰਤਦੇ ਆ ਇੰਟਰਪ੍ਰੀਟਰ ਵਰਤਦੇ ਆਪਾਂ ਜਿਵੇਂ ਹੋ ਗਿਆ ਆਪਣਾ ਪਾਈਥਨ रूबी ਤੇ ਜਾਵਾਸਕ੍ਰਿਪਟ ਠੀਕ ਆ ਤਾਂ ਇੱਦਾਂ ਇੰਟਰਪ੍ਰੀਟਰ ਤੇ ਕੰਪਾਈਲਰ ਕੰਮ ਕਰਦੇ ਆ ਹੁਣ ਆਪਾਂ ਡਰਾਬੈਕਸ ਦੇਖ ਲਈਏ ਪਹਿਲਾ ਡਰਾਬੈਕ ਤਾਂ ਹੋ ਗਿਆ ਸਲੋ ਸਪੀਡ ਠੀਕ ਆ ਪਾਈਥਨ ਜਿਹੜੀ ਆ ਪਾਈਥਨ ਦੀ ਸਪੀਡ ਜਿਹੜੀ ਆ ਸਲੋ ਆ ਕੰਪੇਅਰ ਟੂ ਅਦਰ ਲੈਂਗੁਏजेस है ना वो कहते हैं क्योंकि पाइथन ਜਿਹੜੀ ਆ ਇੰਟਰਪ੍ਰੀਟਡ ਲੈਂਗੁਏਜ ਦਾ ਇਹਦਾ ਮਤਲਬ ਕਿ ਪਾਈਥਨ ਦੀ ਹਰ ਇੱਕ ਲਾਈਨ ਪਹਿਲਾਂ ਇੰਟਰਪ੍ਰੀਟ ਹੋਏਗੀ ਫਿਰ ਉਹ ਐਗਜ਼ੀਕਿਊਟ ਹੋਏਗੀ ਫਿਰ ਦੂਜੀ ਲਾਈਨ ਫਿਰ ਤੀਜੀ ਲਾਈਨ ਇੰਟਰਪ੍ਰੀਟ ਹੋਏਗੀ ਫਿਰ ਐਗਜ਼ੀਕਿਊਟ ਬਾਰੀ ਹਰ ਇੱਕ ਲਾਈਨ ਇੰਟਰਪ੍ਰੀਟ ਹੋ ਕੇ ਐਗਜ਼ੀਕਿਊਟ ਹੁੰਦੀ ਆ ਇਸ ਕਰਕੇ ਪਾਈਥਨ ਦੀ ਜਿਹੜੀ ਸਪੀਡ ਆ ਉਹ ਸਲੋ ਆ ਕੰਪੇਅਰ ਟੂ ਕੰਪਾਈਲਡ ਲੈਂਗੁਏਜ ਜਿਵੇਂ ਜਾਵਾ ਤੇ C++ ਠੀਕ ਆ ਕਿਉਂਕਿ ਜਾਵਾ ਤੇ C+ ਕੰਪਾਈਲਡ ਲੈਂਗੁਏਜ ਹੋਣ ਕਰਕੇ ਪਾਈਥਨ ਨਾਲੋਂ ਫਾਸਟ ਆ ਉਹਨਾਂ ਦੇ ਵਿੱਚ ਜੇ 10 ਲਾਈਨਾਂ ਦਾ ਪ੍ਰੋਗਰਾਮ ਆ ਤਾਂ ਉਹ ਪਹਿਲਾਂ ਕੰਪਾਈਲ ਹੋਗਾ 10 ਦੇ 10 ਲਾਈਨਾਂ ਤੇ ਫਿਰ 10 ਲਾਈਨਾਂ ਇੱਕੇ ਸਾਥ ਐਗਜ਼ੀਕਿਊਟ ਹੁੰਦੀਆਂ ਤਾਂ ਹੀ ਕੰਪਾਈਲਡ ਲੈਂਗੁਏਜ ਜਿਹੜੀਆਂ ਜਿਵੇਂ ਜਾਵਾ C++ ਉਹਨਾਂ ਦੀ ਸਪੀਡ ਪਾਈਥਨ ਨਾਲੋਂ ਜ਼ਿਆਦਾ ਹੈ ਠੀਕ ਆ ਇੱਕ ਤਾਂ ਹੋ ਗਿਆ ਆਹ ਕਾਰਨ ਦੂਜਾ ਹੋ ਗਿਆ ਆਪਾਂ ਨੇ ਆ ਵੀ ਡਿਸਕਸ ਕੀਤਾ ਕਿ ਡਾਇਨਾਮਿਕਲੀ ਟਾਈਪਡ ਲੈਂਗੁਏਜ ਆ ਪਾਈਥਨ ਠੀਕ ਆ ਇਹਦੇ ਵਿੱਚ ਕੀ ਹੁੰਦਾ ਕਿ ਆਪਾਂ ਜਦ ਵੀ ਕੋਈ ਡੇਟਾ ਟਾਈਪ ਯੂਜ਼ ਕਰਨਾ ਹੈ ਪ੍ਰੋਗਰਾਮ ਦੇ ਵਿੱਚ ਤਾਂ ਉਹ ਡੇਟਾ ਟਾਈਪ ਜਿਹੜਾ ਇਹ ਆਪਾਂ ਨੇ ਕਿਤੇ ਡਿਕਲੇਅਰ ਨਹੀਂ ਕਰਨਾ ਕਿ ਕਿਹੜਾ ਡੇਟਾ ਟਾਈਪ ਆਪਾਂ ਵਰਤਣਾ ਹੈ ਚਾਹੇ ਉਹ ਇੰਟੀਜਰ ਹੋਵੇ ਚਾਹੇ ਉਹ ਫਲੋਟ ਹੋਵੇ ਚਾਹੇ ਸਟ੍ਰਿੰਗ ਹੋਵੇ ਚਾਹੇ ਜਿਹੜਾ ਮਰਜ਼ੀ ਡੇਟਾ ਟਾਈਪ ਹੋਵੇ ਆਪਾਂ ਕਿਤੇ ਵੀ ਡਿਕਲੇਅਰ ਨਹੀਂ ਕਰਨਾ ਹੈਗਾ ਆਪਾਂ ਨੇ ਬਸ ਉਹਦੀ ਵੈਲਿਊ ਆਪਾਂ ਨੇ ਸੇਵ ਕਰ ਦੇਣੀ ਵੈਰੀਏਬਲ ਦੇ ਵਿੱਚ ਪਾਈਥਨ ਖੁਦ ਡਿਸਾਈਡ ਕਰੇਗਾ ਵੈਲਿਊ ਦੇਖ ਕੇ ਕਿ ਇਹ ਭਾਈ ਜਿਹੜਾ ਡੇਟਾ ਹੈ ਇਹ ਇੰਟੀਜਰ ਆ ਕਿ ਫਲੋਟ ਆ ਕਿ ਸਟ੍ਰਿੰਗ ਆ ਕਿ ਬੂਲੀਅਨ ਆ ਠੀਕ ਆ ਇਹ ਜਿਹੜਾ ਆਹ ਫੀਚਰ ਆ ਪਾਈਥਨ ਦਾ ਡਾਇਨਾਮਿਕਲੀ ਟਾਈਪ ਲੈਂਗੁਏਜ ਜਦ ਪਾਈਥਨ ਐਗਜ਼ੀਕਿਊਟ ਹੁੰਦਾ ਹੈ ਜਦ ਪਾਈਥਨ ਨੇ ਰਨ ਹੋਣਾ ਐਗਜ਼ੀਕਿਊਟ ਹੋਣਾ ਉਸ ਟਾਈਮ ਪਾਈਥਨ ਨੇ ਚੈੱਕ ਕਰਕੇ ਡਿਸਾਈਡ ਕਰਨਾ ਕਿ ਜਿਹੜਾ ਡੇਟਾ ਉਹ ਕਿਹੜਾ ਡੇਟਾ ਟਾਈਪ ਆ ਠੀਕ ਆ ਸੋ ਪਾਈਥਨ decide the type of the data type during run time ठीक है जब पाइथन ने रन होना उस टाइम पाइथन ने पहला वैल्यू चेक करनी है कि भाई जो वेरीएबल आ वो कि वैल्यू स्टोर हुई आ तो फिर उन्हें डिसाइड करना कि यह इंटीजर डेटा टाइप आ कि यह स्ट्रिंग आ कि यह बूलीयन आ ठीक है इस करके पाइथन रन टाइम के ज़्यादा काम करना पैंदा क्योंकि उन्होंने डिसाइड करना पैंदा कि डेटा किहड़े टाइप का ठीक है तो इस करके जी आ पाइथन की स्पीड भी ऑल्सो स्लो आ कंपेयर टू अदर लैंग्वेजेस ठीक है तो एक हो गया डायनामिकली टाइप लैंग्वेज एक हो गया इंटरप्रेटेड लैंग्वेज इन्हां करके पाइथन की जी स्पीड आ स्लो आ दूजा ड्रॉबैक की होगा पाइथन का मोबाइल एप्लीकेशन मोबाइल एप्लीकेशन दे विच जिहड़ा पाइथन आ इन्ना मशहूर नहीं हैगा इन्ना यूज़ नहीं होंदा हैगा होर बड़ियां लैंग्वेजां जिहड़ियां कि मोबाइल एप्लीकेशन वास्ते यूज़ होंदियां मे बी फ्यूचर दे विच इह चेंज हो जाएगा पर राइट नाउ जिहड़ा मोबाइल एप्लीकेशन दे वास्ते पाइथन इन्ना पॉपुलर है नहीं ठीक है तो आह जिहड़ा इहदे नाल आपां करदे आं अज दी वीडियो कंप्लीट हो रहा ठीक है जे तो थानू इस वीडियो तो कुछ सीखने मिलिया भाई लाइक करो सबसक्राइब करो तो अपने फ्रेंडां नू भी शेयर करनी है वीडियो उन्होंने दसना इस बारे तो जल्दी मिलते आपां अगली वीडियो में।